ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਲੋਕਰਣ ਚੈਨਲ। ਸਾਰਿਆਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਮੌਜੂਦ ਨੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ। ਅੱਜ ਗੱਲਬਾਤ ਕਰਾਂਗੇ, ਜਿਵੇਂ ਪੰਜਾਬ ਦਾ ਜਿਹੜਾ ਦੌਰ ਚੱਲ ਰਿਹਾ, ਹੁਣ ਦਲ ਬਦਲੂਆਂ ਦਾ ਦੌਰ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ ਉਵੇਂ ਦਿਨ ਪ੍ਰਤੀ ਦਿਨ ਤੁਸੀਂ ਦੇਖੋਗੇ ਅੱਗੇ ਜਾ ਕੇ ਕਿ ਦਲ ਬਦਲੂ ਕਿਸ ਤਰ੍ਹਾਂ ਆਪਣਾ ਕਹਿ ਲਓ ਜਿਹੜਾ ਰੁਝਾਨ ਹੈ ਉਹਨਾਂ ਦਾ ਉਹ ਦਿਖਾਉਂਦੇ ਨੇ, ਇੱਕ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ। ਅੱਜ ਜਿਹੜੀ ਵੱਡੀ ਖਬਰ ਆ ਰਹੀ ਹੈ ਉਹ ਤਾਂ ਇਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਉਹਨਾਂ ਨੇ 3 ਵਿਧਾਇਕਾਂ ਨੂੰ ਜਿਹੜਾ ਹੈਗਾ ਕਾਂਗਰਸ ਵਿੱਚ ਸ਼ਾਮਲ ਕੀਤਾ ਹੈ। ਸਭ ਤੋਂ ਪਹਿਲਾਂ ਨਾਮ ਆ ਰਿਹਾ ਸੁਖਪਾਲ ਸਿੰਘ ਖਹਿਰਾ ਦਾ, ਜਗਦੇਵ ਕਮਾਲੂ ਤੇ ਪਿਰਮਲ ਸਿੰਘ। ਇਹ 3 ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਸੀਗਾ ਸੁਖਪਾਲ ਸਿੰਘ ਖਹਿਰਾ ਨੇ। ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਕਾਂਗਰਸ ਦਾ ਪੱਲਾ ਫੜ ਲਿਆ। ਨਾਲ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮਨਰੇਗਾ ਦੇ ਤਹਿਤ ਜਿਹੜੇ ਵੇਜਸ ਦਿੱਤੇ ਜਾਂਦੇ ਸੀਗੇ ਉਹਨਾਂ ਦੇ ਵਿੱਚ ਹੁਣ SC ST ਤੇ ਅਦਰ ਕੈਟਾਗਰੀਜ਼ ਬਣਾ ਦਿੱਤੀਆਂ ਗਈਆਂ ਨੇ। ਉਸ ਹਿਸਾਬ ਨਾਲ ਜਿਹੜਾ ਹੈਗਾ ਮਿਹਨਤਾਨਾ ਦਿੱਤਾ ਜਾਊਗਾ। ਤੀਜੀ ਖਬਰ ਜਿਹੜੀ ਆਪਾਂ ਨਾਲ ਲਵਾਂਗੇ ਕਿ ਸੁਪਰੀਮ ਕੋਰਟ ਨੇ 15 ਦਿਨਾਂ ਦੇ ਵਿੱਚ ਜਿਹੜਾ ਕੋਵਿਡ ਦੇ ਉੱਤੇ ਜਿਹੜਾ ਸਾਰਾ ਖਰਚਾ ਆ ਜਾਂ ਹਿਸਾਬ ਕਿਤਾਬ ਕਹਿ ਸਕਦੇ ਆਪਾਂ, ਉਹ ਸਾਰਾ ਮੰਗ ਲਿਆ। ਹੁਣ ਕਿੱਦਾਂ ਸਰਕਾਰਾਂ ਉਸ ਮੇਨਟੇਨ ਕਰਦੀਆਂ ਨੇ ਜਾਂ ਕਿੱਦਾਂ ਹਿਸਾਬ ਲਿਆ ਜਾਂਦਾ ਜਾਂ ਦਿੱਤਾ ਜਾਂਦਾ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਲੋਕਰਣ ਚੈਨਲ ਤੇ। ਬਹੁਤ ਬਹੁਤ ਧੰਨਵਾਦ ਪਰਮਿੰਦਰ ਜੀ। ਪ੍ਰੋਫੈਸਰ ਸਾਹਿਬ, ਜਿੱਦਾਂ ਪੰਜਾਬ ਦਾ ਮਾਹੌਲ ਤਾਂ ਪਹਿਲਾਂ ਹੀ ਗਰਮਾਇਆ ਹੋਇਆ, ਤੁਸੀਂ ਪਤਾ ਹੀ ਹੈ ਤੁਹਾਨੂੰ। ਸਿਆਸਤ ਚੱਲ ਰਹੀ ਹੈ, ਇੱਕ ਪਾਸੇ ਬੇਅਦਬੀ ਦਾ ਮੁੱਦਾ, ਇੱਕ ਪਾਸੇ ਕਾਂਗਰਸ ਦੀ ਲੜਾਈ ਚੱਲ ਰਹੀ ਹੈ, ਕਿਤੇ ਅਕਾਲੀ ਦਲ ਦਫਾੜ ਹੋਇਆ ਨਜ਼ਰ ਆਉਂਦਾ ਹੈ, ਕਿਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸੇਂਧ ਲੱਗ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ 3 ਵਿਧਾਇਕਾਂ ਨੂੰ ਜਿਹੜਾ ਹੈਗਾ ਕਾਂਗਰਸ ਜੁਆਇਨ ਕਰਵਾ ਦਿੱਤੀ ਹੈ। ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਜਿਹੜਾ ਆ ਰਿਹਾ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੇ ਘਟਨਾਕ੍ਰਮ ਨੂੰ? ਪਰਮਿੰਦਰ ਜੀ, ਮੈਂ ਤੇ ਸਮਝਦਾ ਕਿ ਭਾਰਤ ਦੇ ਵਿੱਚ ਲੋਕਤੰਤਰਕ ਪ੍ਰਣਾਲੀ ਦਾ ਸੰਕਟ ਹੈਗਾ। ਭਾਰਤ ਦੀ ਜਿਹੜੀ ਲੋਕਤੰਤਰਕ ਪ੍ਰਣਾਲੀ ਆ, ਇਹਦਾ ਜਿਹੜਾ ਅਸਲੀ ਨਕਸ਼ਾ ਆ ਉਹ ਅਸੀਂ ਇੰਗਲੈਂਡ ਤੋਂ, ਜਿਹਨੂੰ UK ਕਹਿੰਦੇ, ਉੱਥੋਂ ਲਿਆ। ਬ੍ਰਿਟਿਸ਼ ਮਾਡਲ ਹੈਗਾ। ਬ੍ਰਿਟਿਸ਼ ਮਾਡਲ ਦੇ ਵਿੱਚ ਤੁਸੀਂ ਦੇਖੋ, ਉਹਨਾਂ ਦੀ ਲੇਬਰ ਪਾਰਟੀ ਆ ਜਾਂ ਟੋਰੀ ਪਾਰਟੀ ਆ, ਤੁਸੀਂ ਸੁਣਦੇ ਆ ਕਰੀ ਕਿ ਅੱਜ ਇੱਧਰ ਭੱਜ ਗਿਆ, ਉੱਧਰ ਕਬੂਤਰ ਉਹਦੀ ਛਤਰੀ ਤੇ ਬਹਿ ਗਿਆ, ਉਹਦਾ ਉੱਧਰ ਬਹਿ ਗਿਆ, ਫਿਰ ਇੱਧਰ ਚਲਾ ਗਿਆ, ਕਦੀ ਨਹੀਂ ਸੁਣਦੇ। ਇਹਦਾ ਮੈਂ ਅਰਥ ਇਹ ਕੱਢਦਾ ਕਿ ਜਿਸ ਤਰੀਕੇ ਨਾਲ, ਜਿਸ ਬੈਕਗਰਾਊਂਡ ਚੋਂ ਅਸੀਂ ਇਹ ਉਮੀਦ ਕਰਕੇ ਬੈਠੇ ਸੀ ਕਿ ਜਦੋਂ ਸਾਡਾ ਆਪਣਾ ਰਾਜ ਆਊਗਾ ਤਾਂ ਇੱਥੇ ਕੋਈ ਉਸ ਕਿਸਮ ਦਾ ਲੋਕਤੰਤਰਿਕ ਰਾਜ ਹੋਊਗਾ ਜਿਵੇਂ ਵਿਦੇਸ਼ਾਂ ਤੋਂ ਅਸੀਂ ਮਾਡਲ ਲੈ ਕੇ ਆਏ, ਜਿੱਥੋਂ ਇਹ ਸ਼ੁਰੂ ਹੋਇਆ ਉਸ ਕਿਸਮ ਦੀ, ਘੱਟੋ ਘੱਟ ਉਸ ਕਿਸਮ ਦੀ ਤੇ ਇੱਥੇ ਕੋਈ ਨਾ ਕੋਈ ਲੋਕਾਂ ਨੂੰ ਰਾਹਤ ਹੋਊਗੀ। ਪਰ ਦੇਖਣ ਨੂੰ ਇਹ ਅਸਲ ਮਾਨਿਆਂ 'ਚ ਆਪਾਂ ਸਾਰਾ ਦੇਖ ਰਹੇ ਹਾਂ ਕਿ ਬੜੀ ਮਾੜੀ ਹਾਲਤ ਲੱਗਦੀ ਹੈ। ਅਕਾਲੀ ਦਲ ਤੁਸੀਂ ਪਹਿਲਾਂ ਦੇਖ ਹੀ ਲਿਆ, ਜਿਵੇਂ ਤੁਸੀਂ ਦੱਸਿਆ ਕਿ ਉਹਦੇ ਚੋਂ ਢੀਂਡਸਾ ਸਾਹਿਬ ਆ ਗਏ, ਪਿਓ ਪੁੱਤਰ ਆ ਗਏ। ਇਸੇ ਤਰੀਕੇ ਨਾਲ ਪਹਿਲਾਂ ਉਦੋਂ ਰਣਜੀਤ ਸਿੰਘ ਬ੍ਰਹਮਪੁਰਾ ਚਲੇ ਗਏ, ਉਹਨਾਂ ਨਾਲ ਵੀ 2 ਬੰਦੇ ਹੋਰ ਚਲੇ ਗਏ। ਉਹਨਾਂ ਚੋਂ ਇੱਕ ਬੰਦਾ ਫਿਰ ਢੀਂਡਸੇ ਨਾਲ ਚਲਾ ਗਿਆ, ਫਿਰ ਢੀਂਡਸਾ ਵਾਪਸ ਬ੍ਰਹਮਪੁਰੇ ਕੋਲ ਗਿਆ ਵੀ ਆਪਾਂ ਅਲੱਗ-ਅਲੱਗ ਦੁਕਾਨਾਂ ਨਾ ਪਾਈਏ, ਇਕੱਠੇ ਹੋ ਜਾਈਏ। ਫਿਰ ਉਹਨਾਂ ਨੇ ਇਕੱਠੀ ਪਾਰਟੀ ਬਣਾ ਲਈ। ਇਹ ਤੇ ਸਾਡੀ ਮਤਲਬ ਇੱਕ ਟਿਪੀਕਲ ਤੁਹਾਨੂੰ ਦੇਖਣ ਨੂੰ ਮਿਲਦਾ ਵੀ ਕਿੰਨੇ ਅਕਾਲੀ ਦਲ ਬਣੇ, ਕਿੰਨੇ ਅਜੇ ਖੜੇ ਆ, ਕਿੰਨੇ ਕੁ ਖਤਮ ਹੋ ਜਾਣੇ ਆ। ਇਸੇ ਤਰੀਕੇ ਨਾਲ ਮੈਂ ਹੁਣ ਅੱਜ ਦੇ ਜਿਹੜਾ ਤੁਸੀਂ ਮੁੱਦਾ ਛੇੜਿਆ, ਖਹਿਰਾ ਦਾ, ਕਮਾਲੂ ਦਾ, ਪੀਰਮਲ ਦਾ, ਚਲੋ ਪੀਰਮਲ ਹੁਣੀ ਤੇ ਇੱਕ ਟ੍ਰੇਡ ਯੂਨੀਅਨਿਸਟ ਸੀਗੇ, ਉਹ ਆਏ। ਉਹ ਸਾਡੇ ਪਹਿਲਾਂ ਲੋਕ ਸਭਾ 'ਚ ਵੀ ਟਿਕਟਾਂ, ਜਦੋਂ ਅਸੀਂ ਆਮ ਆਦਮੀ ਪਾਰਟੀ ਸੀ ਚਾਹੁੰਦੇ ਸੀਗੇ, ਉਦੋਂ ਨਹੀਂ ਮਿਲੀ। ਹੁਣ ਉਹ ਟਿਕਟ ਵੀ ਮਿਲ ਗਈ, ਜਿੱਤ ਵੀ ਗਏ, ਫਿਰ ਹੁਣ ਉੱਥੇ ਟਿਕੇ ਨਹੀਂ। ਦੱਸੋ, ਪਹਿਲਾਂ ਰੱਸੇ ਤੜਾਉਂਦੇ ਸੀਗੇ। ਉਹ ਕਮਾਲੂ ਸਾਹਿਬ ਤੇ ਮੈਂ ਨਹੀਂ ਜਾਣਦਾ, ਉਹ ਇਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਚੋਣ ਲੜੀ ਹੈ, ਮੈਂ ਉਹਨਾਂ ਬਾਰੇ ਨਹੀਂ ਜਾਣਦਾ। ਪਰ ਮੈਂ ਖਾਸ ਕਰਕੇ ਖਹਿਰਾ ਸਾਹਿਬ ਬਾਰੇ ਮੈਂ ਜ਼ਰੂਰ, ਸੁਖਪਾਲ ਸਿੰਘ ਖਹਿਰਾ ਬਾਰੇ ਜਾਣਦਾ, ਕਿਉਂਕਿ ਜਦੋਂ ਅਸੀਂ ਅਜੇ ਪਾਰਲੀਮੈਂਟ ਦੀਆਂ ਚੋਣਾਂ ਲੜ ਰਹੇ ਸੀ ਪਰਮਿੰਦਰ, ਤੇ ਉਦੋਂ ਹੀ ਇਹ ਚਾਹੁੰਦੇ ਸੀ ਅੰਦਰ ਆਉਣਾ। ਉਦੋਂ ਇਹ ਨਹੀਂ ਆ ਸਕੇ। ਪਾਰਲੀਮੈਂਟ ਦੀਆਂ ਚੋਣਾਂ ਲੰਘ ਗਈਆਂ, ਜਾਣੀ ਇਹ 2014 ਦੀ ਜਨਵਰੀ ਫਰਵਰੀ ਦੇ ਵਿੱਚ ਹੀ ਕੋਸ਼ਿਸ਼ਾਂ ਕਰ ਰਹੇ ਸੀ ਵੀ ਆ ਜਾਈਏ, ਪਰ ਨਹੀਂ ਆ ਪਾਏ। ਉਦੋਂ ਬਾਅਦ ਫਿਰ ਹੌਲੀ ਹੌਲੀ ਇਹ ਆਏ ਤੇ ਜਦੋਂ ਆਏ ਸੀ ਉਦੋਂ ਵੀ ਕਈ ਵਾਰੀ ਤੁਹਾਨੂੰ ਪਤਾ ਕਿ ਇਹਦੇ ਵਿੱਚ ਆ ਗਏ, ਨਹੀਂ ਆ ਗਏ, ਫਿਰ ਪੋਸਟਪੋਨ ਹੋ ਗਈ। ਹੁਣ ਵੀ ਇੱਕ ਦਿਨ ਪ੍ਰੈਸ ਕਾਨਫਰੰਸ ਦਾ ਸੀ, ਆ ਗਏ, ਪ੍ਰੈਸ ਕਾਨਫਰੰਸ ਕਰਨੀ, ਫਿਰ ਰਹਿ ਗਏ। ਤੇ ਉਹ ਮੈਂ ਕਿਹਾ ਕਈਆਂ ਦੇ ਲਗਨ ਹੀ ਠੰਡੇ ਹੁੰਦੇ ਆ, ਪਰ ਚਲੋ ਸ਼ੁਕਰ ਆ, ਉਹ ਬੜੀ ਦੇਰ ਦੀ ਇਹ ਚਰਚਾ ਸੀਗੀ ਕਿ ਉਹਨਾਂ ਨੇ ਆਉਣਾ ਤੇ ਹੁਣ ਉਹ ਵੈਲਕਮ ਹੋ ਗਿਆ, ਉਹ ਆ ਗਏ।
ਸਵਾਲ ਸਾਰਿਆਂ ਤੋਂ ਵੱਡਾ ਜਿਹੜਾ ਇੱਥੇ ਇਹ ਪੈਦਾ ਹੁੰਦਾ ਕਿ ਇਹਨਾਂ ਦੇ ਪਿਤਾ ਜੀ ਕਿਸੇ ਹੋਰ ਪਾਰਟੀ 'ਚ ਸੀ, ਇਹ ਫਿਰ ਕਾਂਗਰਸ ਵਿੱਚ ਆ ਗਏ। ਇਹ ਕਹਿੰਦੇ ਸੀ ਮੈਂ ਕਾਂਗਰਸ ਨੰਬਰ 3 ਆ, ਜੇ ਮੈਂ ਆਮ ਆਦਮੀ ਪਾਰਟੀ 'ਚ ਜਾਣਾ ਤੇ ਮੈਨੂੰ ਨੰਬਰ 1 ਲੈਣਾ ਚਾਹੀਦਾ। ਨੰਬਰ 1 ਇਹਨਾਂ ਨੂੰ ਮਿਲਿਆ ਨਹੀਂ। ਪਰ ਪੰਜਾਬ ਦੀ ਪੋਲਿਟਿਕਸ 'ਚ ਮੈਂ ਕਹਿੰਦਾ ਜੇ ਦੇਖਿਆ ਜਾਏ ਤੇ LOP ਨੰਬਰ 1 ਹੀ ਸੀਗਾ, ਕਿਉਂਕਿ ਮਿਨਿਸਟਰੀਅਲ ਭਾਵੇਂ ਪ੍ਰਧਾਨ ਭਗਵੰਤ ਮਾਨ ਸੀ, ਪਰ ਮਿਨਿਸਟਰੀਅਲ ਅਹੁਦਾ ਤੇ ਜਿਹੜਾ ਕੈਬਨਿਟ ਰੈਂਕ ਦਾ ਉਹ LOP ਸੀਗਾ, ਹੈ ਨਾ, ਲੀਡਰ ਆਫ ਆਪੋਜੀਸ਼ਨ। ਉਹ ਇਹਨਾਂ ਨੇ ਸਾਂਭਿਆ ਨਹੀਂ, ਉਹ ਪਹਿਲਾਂ ਲੜ ਕੇ ਲਿਆ ਸੀ, ਮਗਰੋਂ ਗਵਾ ਲਿਆ। ਹੁਣ ਫਿਰ ਤੁਸੀਂ ਇੱਕ ਹੋਰ ਦੇਖੋ, ਇਹਨਾਂ ਦੀ ਟ੍ਰੈਜੈਕਟਰੀ ਦੇਖੋ। ਹੋਣ ਵਾਲੀਆਂ ਲੋਕ ਸਭਾ ਚੋਣਾਂ ਆਈਆਂ ਤੇ ਇਧਰੋਂ ਰਿਜ਼ਾਈਨ ਪਾਰਟੀ ਚੋਂ ਰਿਜ਼ਾਈਨ ਕਰਤਾ, ਨਵੀਂ ਪਾਰਟੀ ਬਣਾ ਲਈ, ਚੋਣਾਂ ਲੜ ਲਈਆਂ। ਕਾਂਗਰਸ ਨੇ ਇਹਨਾਂ ਦੀਆਂ ਜਾਣੀ ਮਿਲੀ ਭੁਗਤੀ ਹੋਊਗੀ। ਕਾਂਗਰਸ ਨੇ ਇਹਨਾਂ ਦੀ ਰੈਜ਼ਿਗਨੇਸ਼ਨ ਨੂੰ ਐਕਸੈਪਟ ਨਹੀਂ ਕੀਤਾ। ਉਹਨਾਂ ਨੂੰ ਕਿਹਾ ਯਾਰ ਤੁਸੀਂ ਬੈਠੇ ਰਹੋ ਉੱਥੇ, ਤੇ ਤੁਹਾਡੇ ਕੋਲ ਕੁਝ ਬਣਿਆ ਨਹੀਂ, ਤੁਸੀਂ ਇੱਥੇ ਹੀ MLA। ਹੁਣ ਕਿਉਂਕਿ ਬਾਈ ਇਲੈਕਸ਼ਨ ਨਹੀਂ ਹੋਊਗੀ, ਹੁਣ ਇਲੈਕਸ਼ਨ ਦੇ ਨਾਲ ਸਿੱਧਾ ਹੀ ਹੋਊਗਾ, ਹੁਣ ਛੱਡ ਕੇ ਫਿਰ ਦੁਬਾਰਾ ਕਾਂਗਰਸ 'ਚ ਆ ਗਏ। ਇਹਦਾ ਮਤਲਬ ਜਦੋਂ ਆਮ ਆਦਮੀ ਪਾਰਟੀ 'ਚ ਵੀ ਬੈਠੇ ਸੀ ਉਦੋਂ ਹੀ ਕਾਂਗਰਸ ਦੇ ਨਾਲ ਰਲ ਮਿਲ ਕੇ ਹੀ ਸਾਰਾ ਸੀਗਾ। 2 ਪਹਿਲਾਂ ਚਲੇ ਗਏ ਸੀ, ਤੁਹਾਨੂੰ ਪਤਾ, ਨਾਜਰ ਸਿੰਘ ਮਨਸਾਈਆ ਤੇ ਇੱਕ ਹੋਰ ਉਹਨਾਂ ਦੇ ਨਾਲ ਚਲੇ ਗਏ ਸੀਗੇ। ਇਸ ਤਰੀਕੇ ਨਾਲ ਇਹ ਜਿਹੜਾ ਪਾਰਟੀਆਂ 'ਚ ਆਉਣਾ ਫਿਰ ਛੱਡ ਦੇਣਾ ਫਿਰ ਚਲੇ ਜਾਣਾ, ਇਹ ਕੀ ਤਰੀਕਾ ਹੈ? ਕਾਹਦੇ ਲਈ ਹੈ? ਤੁਸੀਂ ਨਿੱਜੀ ਫਾਇਦਿਆਂ ਨੁਕਸਾਨਾਂ ਲਈ ਪੋਲਿਟਿਕਸ ਜੁਆਇਨ ਕਰਦੇ ਆ, ਜਾਂ ਤੁਸੀਂ ਵਾਕਿਆ ਹੀ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਦੇਸ਼ ਦੇ ਵਿੱਚ ਲੋਕਾਂ ਨੂੰ ਸਸ਼ਕਤ ਕਰਨ ਲਈ ਤਾਂ ਪੋਲਿਟਿਕਸ ਚਾਹੁੰਦੇ ਆ? ਜੇ ਤੇ ਤੁਸੀਂ ਲੋਕਾਂ ਦੀ ਸੇਵਾ ਕਰਨ ਲਈ, ਜਿਵੇਂ ਸਾਰੇ ਰਾਜਨੀਤਿਕ ਲੀਡਰ ਆਪਣੇ ਆਪ ਨੂੰ ਕਲੇਮ ਕਰਦੇ ਆ, ਉਹਦੇ ਲਈ ਆਏ ਆ, ਤੇ ਫਿਰ ਇੱਕ ਵਾਰੀ ਤੁਸੀਂ ਸਮਝ ਕੇ ਪਾਰਟੀ ਨੂੰ ਦੇਖ ਲਓ ਨਾ ਕਿਹੜੀ ਹੈ, ਕਿ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਆ ਕਿ ਇਹ ਕਰੂਗੀ ਕੁਛ ਕਿ ਨਹੀਂ ਕਰੂਗੀ, ਉਹਦੇ 'ਚ ਟਿਕੇ ਰਹੋ। ਫਿਰ ਜੇ ਨਹੀਂ ਹੈ ਤੇ ਪਾਰਟੀ ਨੂੰ ਸਵਾਰੋ। ਤੁਸੀਂ ਮੈਨੂੰ ਪੱਕਾ ਪਤਾ ਆ ਜਿੰਨੇ ਬੰਦੇ ਬਾਹਰ ਆਉਂਦੇ ਆ ਜਾਂ ਜਾਂਦੇ ਆ, ਖਾਸ ਕਰਕੇ ਇਹ ਜਿਹੜੇ 3 ਬੰਦੇ ਹੁਣ ਖਹਿਰਾ ਸਾਹਿਬ ਤੇ ਇਹਨਾਂ ਦੇ ਨਾਲ 2 ਗਏ ਆ, ਇਹ ਕਿਤੇ ਵੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਪੜ੍ਹ ਕੇ ਨਹੀਂ ਸੀ ਗਏ। ਜੇ ਪ੍ਰੋਗਰਾਮ ਨੂੰ ਪੜ੍ਹ ਕੇ ਗਏ ਹੋਣ ਨਾ, ਇਹਨਾਂ ਨੇ ਹੁਣ ਕਾਂਗਰਸ ਦਾ ਪ੍ਰੋਗਰਾਮ ਪੜ੍ਹਿਆ ਹੋਊਗਾ ਕਿ ਉਹ ਕੀ ਹੈ। ਇਹ ਸੱਤਾ ਲਈ, ਜੇ ਤੁਸੀਂ ਆਪਣੀ ਸੱਤਾ ਲਈ ਕਿ ਮੈਨੂੰ ਫਾਇਦਾ ਕਿੱਥੇ ਆ, ਮੈਨੂੰ ਕਿੱਥੇ ਕੀ ਮਿਲੂਗਾ, ਇਸ ਕਰਕੇ ਹੀ ਰਾਜਨੀਤੀ 'ਚ ਕਰੀ ਜਾਣਾ, ਤੇ ਰਾਜਨੀਤਿਕ ਪਾਰਟੀਆਂ ਦਾ ਬਦਲਾਓ ਲਗਾਤਾਰ ਜਾਰੀ ਰਹੂਗਾ, ਉੱਥੇ ਕਦੀ ਵੀ ਟਿਕਾਓ ਹੋਊਗਾ ਨਹੀਂ। ਤੇ ਲੋਕ ਇਸੇ ਤਰੀਕੇ ਨਾਲ ਜਿਵੇਂ ਹੁਣ ਮਾਰ ਖਾ ਰਹੇ ਆ, ਲਗਾਤਾਰ ਮਾਰ ਖਾਂਦੇ ਰਹਿਣਗੇ। ਇਹ ਨੈਸ਼ਨਲ ਲੈਵਲ ਤੇ ਵੀ ਹੈ। ਕਹਿੰਦੇ ਇਹ ਆ ਕਿ 150 ਬੰਦਾ ਇਸ ਵੇਲੇ BJP 'ਚ ਜਿਹੜੇ ਪਹਿਲਾਂ MP ਰਹੇ ਕਾਂਗਰਸ ਦੇ ਵਿੱਚ, ਉਹ ਉਹਨਾਂ ਦੇ ਵਿੱਚ ਡਿਫੈਕਟ ਕਰਕੇ ਬੈਠੇ ਆ, ਤੇ ਇਸ ਵੇਲੇ ਭਕਵਾਂ ਪਾਈ ਬੈਠੇ ਆ, ਕਮਲ ਦਾ ਫੁੱਲ ਹੱਥ 'ਚ ਫੜੀ ਬੈਠੇ ਆ। ਫਿਰ ਕਾਦੀ ਕਾਂਗਰਸ ਦੀ ਪੋਲਿਟਿਕਸ ਹੈ ਤੇ ਕਾਦੀ BJP ਦੀ ਪੋਲਿਟਿਕਸ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਗੱਲ ਖਤਮ ਕਰਦਾ ਕਿ ਸਾਨੂੰ ਇਸ ਪਾਸੇ ਤੇ ਦੇਖਣਾ ਹੀ ਨਹੀਂ ਚਾਹੀਦਾ। ਇੱਕ ਵਾਰੀ ਜਦੋਂ ਇਹਨਾਂ ਨੇ ਨਵੀਂ ਪਾਰਟੀ ਬਣਾਈ, ਮੈਂ ਥੋੜਾ ਜਿਹਾ ਨਿੱਜੀ ਆਪਣੀ ਸਮਝਦਾਰੀ ਦੀ ਵੀ ਗੱਲ ਕਰ ਲਵਾਂ, ਕਿ ਜਦੋਂ ਨਵੀਂ ਪਾਰਟੀ ਬਣਾਈ ਤੇ ਲੋਕਾਂ ਨੂੰ ਲੱਗਾ, ਜਿਹੜੇ ਪੈਰੋਕਾਰ ਸੀ ਆਮ ਆਦਮੀ ਪਾਰਟੀ ਦੇ, ਵਿਦੇਸ਼ਾਂ 'ਚ NRI ਕੁਛ ਵੀਰ ਸਾਡੇ ਬੈਠੇ, ਕਿ ਦੇਖੋ ਜੀ ਖਹਿਰੇ ਵਰਗਾ ਕੋਈ ਘੈਂਟ ਬੰਦਾ ਨਹੀਂ ਹੈਗਾ, ਤੇ ਇਹਨੂੰ ਉੱਥੇ ਕੇਜਰੀਵਾਲ ਨੇ ਚੱਲਣ ਨਹੀਂ ਦਿੱਤਾ, ਤੇ ਤੁਸੀਂ ਕੇਜਰੀਵਾਲ ਦੀ ਟਾਈਪ ਦੀ ਪੋਲਿਟਿਕਸ ਦੇ ਕ੍ਰਿਟਿਕ ਆ, ਤੁਸੀਂ ਕਿਰਪਾ ਕਰਕੇ ਇਹਨਾਂ 'ਚ ਜੁਆਇਨ ਕਰ ਜਾਓ। ਮੈਂ ਕਿਹਾ ਖਹਿਰੇ ਨੇ ਕੱਖ ਨਹੀਂ ਕਰਨਾ ਉਹਨਾਂ ਨੂੰ। ਇਹ ਤੇ ਹੁਣ ਮੈਂ ਅੱਜ ਨਹੀਂ ਕਹਿ ਰਿਹਾ, ਉਦੋਂ ਹੀ ਕਹਿ ਰਿਹਾ ਸੀਗਾ ਕਿ ਜਿਹੜੇ ਬੰਦੇ ਨਿੱਜ ਦੇ ਨਾਲ ਲੈ ਕੇ ਪੋਲਿਟਿਕਸ ਦੇ ਵਿੱਚ ਆਉਂਦੇ ਆ ਨਾ, ਉਹਨਾਂ ਦੇ ਨਾਲ ਅਸੀਂ ਨਾ ਤੇ ਚੱਲ ਸਕਦੇ ਹਾਂ, ਨਾ ਉਹਨਾਂ ਨੇ ਕੁਝ ਕਰਨਾ ਹੁੰਦਾ। ਉਹਨਾਂ ਨੂੰ ਤੇ ਜਿੱਥੋਂ ਹੋਰ ਪੈਦਾ ਫਿਰ ਉਹਦੀ ਛਤਰੀ ਤੇ ਜਾ ਬੈਠਣਗੇ। ਬੜਾ ਜ਼ੋਰ ਲਾਇਆ, ਘੰਟਾ ਫੋਨ ਕਰਿਆ ਕਰਨ। ਮੈਂ ਕਿਹਾ ਤੁਸੀਂ ਦੇਖ ਲਿਓ, ਉਹੀ ਹੋਇਆ। ਜਿਉਂ ਹੀ ਪਾਰਲੀਮੈਂਟ ਦੀ ਸੀਟ ਤੋਂ ਹਾਰੇ, ਫਿਰ ਜਾ ਕੇ ਉਸੇ ਹੀ ਆਪ 'ਚ ਬਹਿ ਗਏ। ਮੈਂ ਕਿਹਾ ਹੁਣ ਦੱਸੋ, ਤੁਸੀਂ ਸਾਨੂੰ ਜ਼ੋਰ ਲਾਉਂਦੇ ਸੀ ਕਿ ਜਾ ਵੜੋ ਇਹਨਾਂ ਦੇ ਛਤਰੀ ਤੇ ਬਹਿ ਜਾਓ। ਇਸ ਲਈ ਇਹ ਜਿਹੜਾ ਸਾਡੇ ਦੇਸ਼ ਦੇ ਅੰਦਰ ਪਰਮਿੰਦਰ ਜੀ, ਜੇ ਜਦ ਤੱਕ ਵੱਡੇ ਪੱਧਰ ਤੇ ਚੋਣ ਸੁਧਾਰ ਨਹੀਂ ਹੁੰਦੇ, ਜਿੰਨੇ ਕੋ ਹੋਏ ਆ ਉਹ ਕਾਫੀ ਨਹੀਂ ਹੈਗੇ, ਚੋਣ ਸੁਧਾਰਾਂ ਦੀ ਬਹੁਤ ਲੋੜ ਆ। ਜਾਣੀ ਪਾਰਟੀਆਂ ਦੇ ਵਿੱਚ ਪ੍ਰੋਗਰਾਮਾਂ ਨੂੰ ਪੜ੍ਹ ਕੇ ਜਾਣਾ ਚਾਹੀਦਾ, ਪਾਰਟੀਆਂ ਕੀ ਕਰਨੀਆਂ ਚਾਹੁੰਦੀਆਂ, ਉਹਨਾਂ ਦੀ ਵਿਚਾਰਧਾਰਾ ਕੀ ਹੈ, ਫਿਰ ਤੁਸੀਂ ਜੁਆਇਨ ਕਰੋ ਤੇ ਫਿਰ ਟਿਕੋਗੇ ਵੀ। ਤੁਸੀਂ ਬਿਨਾਂ ਕਿਸੇ ਪੜ੍ਹਿਆ, ਬਿਨਾਂ ਕਿਸੇ ਜਾਣਿਆ, ਬਿਨਾਂ ਕਿਸੇ ਪ੍ਰੋਗਰਾਮ ਤੋਂ ਆਪਣੀ ਹਲਕੇ ਨੂੰ ਦੇਖੋਗੇ, ਮੇਰਾ ਹਲਕਾ ਕਿੱਥੋਂ ਮਿਲਣਾ, ਮੈਨੂੰ ਕਿੱਥੋਂ ਮਿਲਦਾ, ਮੇਰੇ ਜਾਤ ਬਰਾਦਰੀ ਦੇ ਬੰਦੇ ਕਿੱਥੇ ਆ, ਮੈਨੂੰ ਅਰਬਨ ਹਲਕਾ ਛੂਟ ਕਰਦਾ ਕਿ ਪੇਂਡੂ ਕਰਦਾ ਕਿ ਫਲਾਨਾ ਕਿ ਟਮਕਾਣਾ, ਉਹ ਗੱਲਾਂ ਤੇ ਲੈ ਕੇ ਗਿਟਮਿਟ ਕਰਕੇ ਤੁਸੀਂ ਜਾ ਕੇ ਪਾਰਟੀਆਂ 'ਚ ਜੁਆਇਨ ਕਰਦੇ। ਇਹਦਾ ਕੋਈ ਗੱਲ ਹੋਰ ਕੀ ਆਉਂਦੀ ਹੈ ਨਾ, ਜਿੱਦਾਂ ਹੁਣ ਤੁਸੀਂ ਕਿਹਾ ਕਿ ਪੜ੍ਹਨਾ ਚਾਹੀਦਾ, ਪਾਰਟੀ ਨੂੰ ਦੇਖਣਾ ਚਾਹੀਦਾ, ਉਹਦਾ ਸੰਵਿਧਾਨ ਦੇਖਣਾ, ਉਹਦੀਆਂ ਨੀਤੀਆਂ ਦੇਖਣੀਆਂ ਚਾਹੀਦੀਆਂ ਨੇ। ਪਰ ਇੱਥੇ ਤਾਂ ਰੌਲਾ ਹੁਣ ਇਹ ਹੈ ਨਾ ਕਿ ਜਿਹੜਾ
ਹੁਣ ਮੈਂ ਕਹਿ ਸਕਦਾ ਕਿ ਆਪਾਂ ਪੰਜਾਬ ਦੀ ਬਦਕਿਸਮਤੀ ਹੈ ਇਹ ਕਿ ਉਹਨੂੰ ਚੰਗਾ ਲੀਡਰ ਹੀ ਨਹੀਂ ਮਿਲ ਰਿਹਾ ਹਾਲੇ ਤੱਕ। ਉਹਦੇ ਵਿੱਚ ਇਹ ਬੰਦੇ ਜਦੋਂ ਆਉਂਦੇ ਨੇ ਪਾਰਟੀਆਂ ਤੋਂ ਬਾਹਰ ਹੁੰਦੇ ਨੇ, ਦੂਜੀ ਪਾਰਟੀ ਜੁਆਇਨ ਕਰਦੇ ਨੇ, ਚਾਹੇ ਉਹ ਖਹਿਰਾ ਹੈ ਚਾਹੇ ਕੋਈ ਹੋਰ ਹੈ। ਇਹ ਬਥੇਰੇ ਆਏ, ਕਾਂਗਰਸ ਦੇ ਵਿੱਚ ਸਿੱਧੂ ਵੀ ਆਇਆ ਸੀਗਾ, ਜਿੱਦਾਂ ਹੋਰ ਵੀ ਆਏ ਜਾਂ ਲੋਕਾਂ ਨੇ ਹੋਰਾਂ ਨੇ ਵੀ ਬਦਲੇ ਦਲ, ਤੇ ਅਕਾਲੀ ਦਲ ਵੀ ਦਫਾੜ ਹੋਇਆ। ਤੇ ਇਹ ਜਦੋਂ ਗੱਲ ਕਰਦੇ ਆ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੇ ਲਈ ਖੁਦ ਮੁਖਤਿਆਰੀ ਦੀ ਗੱਲ ਕਰਦੇ ਆ ਜੀ। ਜਦੋਂ ਪਾਰਟੀਆਂ ਛੱਡਦੇ ਆ ਕਿਸੇ ਹੋਰ ਪਾਰਟੀ 'ਚ ਵੜਦਾ, ਇੱਕ ਪਾਰਟੀ ਨੂੰ ਖੁਦ ਮੁਖਤਿਆਰੀ ਦੇ ਦਿਓ ਜੀ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਕਿਸੇ ਤਰ੍ਹਾਂ ਲੰਮੇ ਸਮੇਂ ਤੋਂ ਰੌਲਾ ਪੈਂਦਾ ਆ ਰਿਹਾ। ਜਦੋਂ ਅਕਾਲੀ ਦਲ ਬਾਦਲ ਬਣਿਆ ਸੀ ਉਦੋਂ ਦੇਖੋ ਜੀ ਕਿਹਾ ਜਾਂਦਾ ਰੌਲਾ ਪੈਂਦਾ ਹੁਣ ਵੀ ਕਿ ਬਾਦਲ ਸਾਹਿਬ ਨੇ ਸਾਰੇ ਆਹ ਖੁਦ ਮੁਖਤਿਆਰੀ ਦੀ ਹੈ ਜਿਹੜੀਆਂ ਮੰਗਾਂ ਸੀਗੀਆਂ ਪੰਜਾਬ ਦੇ ਲਈ, ਹੋਰ ਮੰਗਾਂ ਸੀਗੀਆਂ, ਉਹਨਾਂ ਨੂੰ ਸਾਰਿਆਂ ਨੂੰ ਤਲਾਂਜਲੀ ਦੇ ਦਿੱਤੀ ਸੀ। ਤੇ ਲੰਮੇ ਸਮੇਂ ਤੋਂ ਮੰਗ ਜਿਹੜੀ ਆ, ਘਟਨਾਕ੍ਰਮ ਦੇਖੋ ਤੁਸੀਂ ਖੁਦ ਮੁਖਤਿਆਰੀ ਦੇ ਨਾਂ ਤੇ ਕਿੱਦਾਂ ਕੁਛ ਵਾਪਰਿਆ ਹੁਣ ਤੱਕ ਪੰਜਾਬ ਦੇ ਨਾਲ। ਪਰ ਉਹ ਮੰਗ ਨਾ ਤਾਂ ਕਿਸੇ ਦੀ ਅੱਜ ਤੱਕ ਪੂਰੀ ਹੋਈ, ਨਾ ਹੀ ਕਿਸੇ ਨੇ ਕਰਵਾਉਣ ਦੀ ਕੋਸ਼ਿਸ਼ ਕੀਤੀ। ਕਿ ਤੁਹਾਨੂੰ ਨਹੀਂ ਲੱਗਦਾ ਕਿ ਆਹ ਜਿਹੜਾ ਲੋਕਾਂ ਨੂੰ ਐਵੇਂ ਭਰਮਾ ਲਿਆ ਜਾਂਦਾ, ਉਹਨਾਂ ਦੇ ਇਮੋਸ਼ਨਸ ਨਾਲ ਖੇਡਿਆ ਜਾਂਦਾ ਹੈ ਤੇ ਖੁਦ ਮੁਖਤਿਆਰੀ ਦਾ ਨਾਮ ਵਰਤਿਆ ਜਾ ਰਿਹਾ ਹੈ? ਅਸਲ ਦੇ ਵਿੱਚ ਖੁਦ ਮੁਖਤਿਆਰੀ ਹੈ ਕੀ ਹੈ ਪੋਲੀਟੀਸ਼ਨਾਂ ਦੇ ਲਈ? ਨਹੀਂ, ਦੇਖੋ, ਖੁਦ ਮੁਖਤਿਆਰੀ ਦਾ ਮਤਲਬ ਆ ਕਿ ਜਿਹੜੇ ਰੀਜਨਲ ਸੱਭਿਆਚਾਰਕ ਸਮਾਜਿਕ ਰਹੁ ਰੀਤਾਂ ਦੇ ਮੁਤਾਬਕ ਕੋਈ ਪਾਰਟੀ ਹੋਵੇ, ਜਿਵੇਂ ਕਿਸੇ ਵੇਲੇ ਅਕਾਲੀ ਦਲ ਸੀ, ਤੇ ਇਹਦੇ ਤੋਂ ਆਪਾਂ ਉਮੀਦਾਂ ਵੀ ਕਿਸੇ ਵੇਲੇ ਲਾ ਸਕਦੇ ਸੀ। ਪਰ ਅਕਾਲੀ ਦਲ 20-25 ਸਾਲ ਜਾ ਕੇ ਉਸ ਪਾਰਟੀ ਦੀ ਗੋਦੀ ਚ ਬੈਠਾ ਰਿਹਾ, ਫਿਰ ਅਸਰ ਤੇ ਹੁੰਦਾ ਹੀ ਆ। ਜਿਹਦਾ ਇੰਨਾ ਖਾਧਾ ਪੀਤਾ ਨਮਕ ਸਾਂਝਾ ਕੀਤਾ ਹੋਊਗਾ, ਤੇ ਉਹ ਖੁਦ ਮੁਖਤਿਆਰੀ ਦਾ ਸਾਰਾ ਕੰਡ ਜਿਹੜੀ ਝੜ ਗਈ ਸੀ, ਜਿਹੜਾ ਵੀ ਡੰਗ ਸੀ ਉਹ ਉਹਨਾਂ ਨੇ ਕੱਟ ਕੇ ਪਰਾਂ ਮਾਰਿਆ। ਹੁਣ ਪਿੱਛੇ ਜੇ ਗੱਲ ਤੇ ਕੀਤੀ ਸੀ ਇਹਨਾਂ ਨੇ ਵੀ, ਪਰ ਕਿਤੇ ਵੀ ਉਹਦੇ ਲਈ ਕੋਸ਼ਿਸ਼ ਨਹੀਂ ਕੀਤੀ। ਇਸੇ ਤਰੀਕੇ ਨਾਲ ਇਹ ਸਾਡੇ ਜਿਹੜੇ ਵੀਰ ਹੈ, ਇਹ ਖੁਦ ਮੁਖਤਿਆਰੀ ਦੀ ਗੱਲ ਕਿਵੇਂ ਕਰ ਲੈਣਗੇ? ਕੇਜਰੀਵਾਲ ਸਾਰੀ ਸੱਤਾ ਆਪਣੇ ਹੱਥ 'ਚ ਰੱਖਣਾ ਚਾਹੁੰਦੇ। ਹੁਣ BSP ਇੱਥੇ ਦੀ ਖੁਦ ਮੁਖਤਿਆਰੀ ਦੀ ਗੱਲ ਕਰੂਗੀ, ਜਿਹਦਾ ਸਾਰਾ ਫੈਸਲਾ ਹੀ ਭੈਣ ਜੀ ਨੇ ਕਰਨਾ, ਲਖਨਊ 'ਚ ਬੈਠ ਕੇ ਹੋਣਾ। ਇਸ ਲਈ ਇਹ ਪਾਰਟੀਆਂ ਖੁਦ ਮੁਖਤਿਆਰੀ ਜਿਹੜੀ ਹੁੰਦੀ ਹੈ ਨਾ, ਖੁਦ ਮੁਖਤਿਆਰੀ ਸੂਬੇ ਦੇ ਕਰਕੇ ਨਹੀਂ ਹੁੰਦੀ, ਕਿਉਂਕਿ ਬਹੁਤੇ ਸੂਬੇ ਸਾਡੇ ਸੱਭਿਆਚਾਰਕ ਢੰਗ ਦੇ ਬੋਲੀਆਂ ਦੇ ਆਧਾਰ ਤੇ ਬਣੇ ਹੋਏ ਆ, ਰੀਆਰਗੇਨਾਈਜ਼ ਹੋਏ ਆ। ਤਾਂ ਇਸ ਕਰਕੇ ਉਹ ਸੂਬਿਆਂ ਦੇ ਵੱਧ ਅਧਿਕਾਰਾਂ ਜਾਂ ਖੁਦ ਮੁਖਤਿਆਰੀ ਦੀ ਗੱਲ ਆ। ਭਾਵੇਂ ਉਹ ਇਹੀ ਅਕਾਲੀ ਦਲ ਦੇਖੋ, ਕਿਤੇ ਅਨੰਦਪੁਰ ਸਾਹਿਬ ਦਾ 73 ਵਾਲਾ ਰੈਜ਼ੋਲੂਸ਼ਨ ਬਾਅਦ ਵਿੱਚ ਕਿੱਥੇ ਗਿਆ, ਕੋਈ ਉਹਦੀ ਗੱਲ ਵੀ ਨਹੀਂ ਕਰਦਾ। ਹੁਣ ਉਹ ਸ਼ਾਇਦ ਫਿਰ ਕਰਨ ਲੱਗ ਜਾਣ, ਕਿਉਂਕਿ ਹੁਣ ਸੱਤਾ 'ਚ ਆਉਣਾ, ਫਿਰ ਜਦੋਂ ਆ ਜਾਣਗੇ ਫਿਰ ਭੁੱਲ ਜਾਣਗੇ, ਫਿਰ ਕਿਤੇ ਉੱਤੇ ਮਿੱਟੀ ਪੈ ਜੂ। ਸਾਡੀਆਂ ਜਿਹੜੀ ਹੁਣ ਗੈਰ ਇਮਾਨਦਾਰੀ ਵਾਲੀ ਰਾਜਨੀਤੀ ਹੋ ਗਈ ਆ, ਸਿਰਫ ਤੇ ਸਿਰਫ ਕਿਸੇ ਤਰੀਕੇ ਨਾਲ ਭਰਮਾ ਕੇ, ਕੁਝ ਲਾਰੇ ਲੱਪੇ ਲਾ ਕੇ, ਕੋਈ ਝੂਠ ਸੱਚ ਬੋਲ ਕੇ, ਭਰੋਸੇ ਝੂਠੇ ਦੇ ਕੇ ਇਹ ਸੱਤਾ 'ਚ ਆਉਣਾ ਆ। ਬਸ ਸੱਤਾ 'ਚ ਆ ਕੇ ਫਿਰ ਮਰਜ਼ੀ ਉਹੀ ਕਰਨੀ ਆ ਜੋ ਲੋਕਾਂ ਦੀ ਇੱਛਾ ਦੇ ਵਿਰੁੱਧ ਹੋਵੇ। ਉਸ ਕਿਸਮ ਦੀਆਂ ਜ਼ਿਆਦੀਆਂ ਪਾਲਿਸੀਆਂ ਆ ਜਾਂਦੀਆਂ। ਤੇ ਖਹਿਰੇ ਉਹਨਾਂ ਦਾ ਆਉਣਾ ਜਾਣਾ ਅਜੇ ਤੇ ਦੇਖਿਓ, ਬੜੀਆਂ ਮਸ਼ਰੂਮਿੰਗ ਪਾਰਟੀਆਂ ਇੱਥੇ ਤਰਲੋ ਮੱਛੀ ਹੋਈ ਪਏ ਆ। ਕੋਈ ਕਹਿੰਦੇ ਆ ਕਿ TMC ਬਣਾ ਲਈਏ ਸੌਖੀ ਆ, ਕੋਈ ਕਹਿੰਦੇ ਆ ਕਿ ਆਪਣੀ ਨਵੀਂ ਬਣਾ ਲਈਏ, ਕੋਈ ਦਲਿਤਾਂ ਦੀਆਂ ਪਾਰਟੀਆਂ RSS ਲੱਗੀ ਆ ਕਿ ਤੁਸੀਂ ਅੱਗੇ ਹੋ ਜਾਓ ਵੀ ਤੁਹਾਡਾ ਚੀਫ ਮਿਨਿਸਟਰ ਬਣਨਾ। ਉਹ ਖਲਜਗਣ ਪੈਂਦਾ, ਕੋਈ ਪ੍ਰੋਗਰਾਮ ਦੀ, ਕੋਈ ਕਿਸੇ ਕਿਸਮ ਦੀ ਗੱਲ ਇੱਥੇ ਚਰਚਾ ਜਦ ਤੱਕ ਹੁੰਦੀ ਨਹੀਂ। ਇਹ ਸਾਡਾ ਇੱਕ ਫੇਜ਼ ਆ ਜਿਹੜਾ ਬੜਾ ਕਾਲਾ ਦੌਰ ਆ ਸਾਡੇ ਲੋਕਤੰਤਰਕ ਪ੍ਰਣਾਲੀ ਦਾ। ਇਹਦੇ ਚੋਂ ਲੋਕ ਹੀ, ਜਿਵੇਂ ਕਿਸਾਨਾਂ ਨੇ ਹਮਲਾ ਮਾਰਿਆ, ਸਾਡੇ ਵੋਟਰੀ ਜਦ ਤੱਕ ਡੰਡਾ ਲੈ ਕੇ ਖੜਾ ਨਹੀਂ ਹੁੰਦੇ ਕਿ ਇਹਨਾਂ ਨੂੰ ਪੁੱਛੋ, ਕੋਈ ਵੀ ਪਾਰਟੀ ਆ ਜਾਏ, ਜਿੱਥੇ ਮਰਜ਼ੀ ਚਲੇ ਜਾਣ, ਲੈਫਟ ਰਾਈਟ ਸੈਂਟਰ, ਕੋਈ ਵੀ ਪਾਰਟੀ ਆਵੇ, ਮੈਨੂੰ ਲੱਗਦਾ ਬਹੁਤਾ ਫਰਕ ਨਹੀਂ ਰਿਹਾ ਪਾਰਟੀਆਂ 'ਚੋਂ। 19-21 ਦਾ ਫਰਕ ਆ। ਕੋਈ ਥੋੜੀ ਜਿਹੀ ਟੇਢੇ ਢੰਗ ਨਾਲ ਉਹੀ ਕੰਮ ਕਰਦੇ ਆ, ਕੋਈ ਸਿੱਧੇ ਧੜੱਲੇ ਨਾ ਕਰਦੇ, ਇੰਨਾ ਹੀ ਫਰਕ ਰਹਿ ਗਿਆ। ਬਾਕੀ ਕਾਰਗੁਜ਼ਾਰੀ ਦਾ ਬਹੁਤਾ ਫਰਕ ਰਹਿ ਨਹੀਂ ਗਿਆ। ਇਸ ਲਈ ਇਹ ਜ਼ਰੂਰੀ ਹੈ ਕਿ ਲੋਕ ਇਸ ਕਿਸਮ ਦੀ ਰਾਜਨੀਤਿਕ ਜਿਹੜੀ ਸੋਚਾਂ ਬਣ ਗਈਆਂ, ਪਾਰਟੀਆਂ ਬਣ ਗਈਆਂ, ਠੱਗ ਟੋਲੇ, ਕਈ ਵਾਰੀ ਤਾਂ ਇਉਂ ਲੱਗਦਾ ਕਿ ਜਿਵੇਂ ਮਾਫੀਆ ਰਲ ਗਏ ਹੋਣ, ਮਾਫੀਆ ਰਲੇ ਹੋਣ, ਗੈਂਗਸਟਰ। ਜਾਣੀ ਤੁਸੀਂ ਇੱਥੋਂ ਵੀ ਅੰਦਾਜ਼ਾ ਲਾਓ ਨਾ ਸਾਡੀ ਰਾਜਨੀਤੀ ਕਿੰਨੀ ਗਿਰੀ, ਕਿ 43% ਬੰਦੇ ਪਾਰਲੀਮੈਂਟ 'ਚ ਇਹੋ ਜਿਹੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਆ। ਤੇ ਕਿਹੋ ਜਿਹੀਆਂ ਪਾਰਟੀਆਂ ਹੋਣਗੀਆਂ ਇਹ, ਕਿ ਕਿਹੜੇ ਬੰਦੇ ਲੀਡਰ ਬਣ ਸਕਦੇ ਆ? ਕੋਈ ਪ੍ਰੋਫੈਸਰ ਥੋੜੀ ਬਣ ਸਕਦਾ, ਕੋਈ ਸ਼ਰੀਫ ਬੰਦਾ ਥੋੜੀ ਬਣ ਸਕਦਾ। ਯੋਗੀ ਦੇ ਹੋਣ ਦੇ ਨਾਂ ਲਿਖਣ ਨਾਲ ਥੋੜੀ ਕੋਈ ਯੋਗੀ ਹੋ ਜਾਊਗਾ, ਹੈ ਨਾ ਕੋਈ ਯੋਗ ਗੁਰੂ ਦੇ ਨਾਲ ਜੋ ਯੋਗ ਗੁਰੂ ਬਣ ਜਾਊਗਾ, ਉਹ ਵੀ ਉਸੇ ਤਰ੍ਹਾਂ ਹੀ ਬਣਿਆ ਰਹੂਗਾ ਜੋ ਕੁਛ ਹੈ ਆ ਕਾਰਪੋਰੇਟ। ਇਸ ਲਈ ਇਹ ਨਾਂ ਲਿਖਣ ਨਾਲ ਨਹੀਂ, ਜਿਹੜੀਆਂ ਸਾਡੇ ਪਰਮਿੰਦਰ ਜੀ ਹਾਲਾਤ ਠੀਕ ਨਹੀਂ ਚੱਲ ਰਹੇ, ਬੜੀ ਅਫਸੋਸ ਦੀ ਗੱਲ ਹੈ। ਪਰ ਇਸ ਨੂੰ ਠੀਕ ਕਿਵੇਂ ਹੋਵੇ, ਉਹ ਲੋਕ ਹੀ ਜਦੋਂ ਘੇਰਾਬੰਦੀ ਕਰਨਗੇ, ਜਦੋਂ ਰਾਜਨੀਤਿਕ ਚੇਤਨਾ ਆਊਗੀ, ਔਰ ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਦਬਾਅ ਪਾਉਣ ਕਿ ਇਹੋ ਜਿਹੇ ਸੁਧਾਰ ਕੀਤੇ ਜਾਣ ਕਿ ਇਹਨਾਂ ਲੋਕਾਂ ਦੀ ਲਗਾਤਾਰ ਆਡਿਟਿੰਗ ਹੋਏ, ਸੋਸ਼ਲ ਆਡਿਟਿੰਗ ਹੋਏ, ਇੱਕ ਗਰੁੱਪ ਬਣੇ
ਵੱਡੇ ਵੱਡੇ ਇੰਟੈਲੈਕਚੁਅਲ ਦਾ, ਹੋਰਨਾਂ ਦਾ, ਸਾਰਿਆਂ ਦਾ, ਇਕੋਨੋਮਿਸਟਾਂ ਦਾ, ਪਲੈਨਰ ਦਾ, ਉਹਨਾਂ ਦੇ ਸਾਹਮਣੇ ਇਹਨਾਂ ਲੋਕਾਂ ਦੀ ਰੈਗੂਲਰ ਜਵਾਬਦੇਹੀ ਹੋਵੇ। ਹਰ 6 ਮਹੀਨੇ ਬਾਅਦ ਆਡਿਟਿੰਗ ਹੋਵੇ, ਪਤਾ ਚੱਲੇ ਜਿਹਨੇ ਨਹੀਂ ਕੀਤਾ ਉਹਦੀ ਜਵਾਬਦੇਹੀ ਕੀਤੀ। ਇਸ ਕਿਸਮ ਨਾਲ ਕੀਤਾ ਜਾ ਸਕਦਾ। ਇਹ ਨਹੀਂ ਹੈ ਜੇ ਕੋਈ ਵਿਗਾੜ ਪਿਆ ਤੇ ਉਸ ਨੂੰ ਸੁਧਾਰਿਆ ਜਾ ਸਕਦਾ, ਪਰ ਇਹ ਕਾਫੀ ਜੋਖਮ ਭਰਿਆ ਕੰਮ ਹੋਊਗਾ, ਕਾਫੀ ਮਿਹਨਤ ਵਾਲਾ ਕੰਮ ਹੋਊਗਾ, ਟਾਈਮ ਲੱਗੂਗਾ, ਪਰ ਇਹਦੇ ਲਈ ਸਾਨੂੰ ਸੋਚ ਕੇ ਕਦਮ ਅੱਗੇ ਵਧਾਉਣ ਦੀ ਲੋੜ ਆ। ਨਹੀਂ ਤੇ ਜਿਸ ਸੰਕਟ 'ਚ ਹੁਣ ਪੰਜਾਬ ਆ, ਇਹ ਤੇ ਹੋਰ ਆਪਾਂ ਇਸ ਨੂੰ ਨੀਚੇ ਹੀ ਧੱਸਦਾ ਦੇਖਾਂਗੇ, ਇਹਦੇ 'ਚੋਂ ਬਾਹਰ ਆਉਂਦਾ ਨਹੀਂ ਦੇਖਾਂਗੇ। ਤੇ ਖਹਿਰੇ ਹੁਣਾਂ ਨੇ ਆਪਣੇ ਅੱਜ ਜੋ ਵੀ ਅਡਾਰੀ ਮਾਰ ਕੇ ਦੁਬਾਰਾ ਘਰ ਵਾਪਸੀ ਕੀਤੀ ਆ, ਤੇ ਪੀਰਮਲ ਤੇ ਜਿਹੜੇ ਉਹਨਾਂ ਦੇ ਨਾਲ ਕਮਾਲੂ ਜੀ ਆ, ਉਹਨਾਂ ਦੀ ਇੱਕ ਨਵੇਂ ਘਰ 'ਚ ਜਾਣੀ ਸਮਝ ਲਓ ਐਂਟਰੀ ਹੋਈ ਆ, ਤੇ ਖਹਿਰਾ ਸਾਹਿਬ ਦੀ ਘਰ ਵਾਪਸੀ ਆ। ਉਹਨਾਂ ਦੀ ਉਂਗਲ ਫੜ ਕੇ ਖਹਿਰਾ ਦੀ, ਇਹ ਵੀ ਦੋਵੇਂ ਨਾਲ ਚਲੇ ਗਏ ਆ। ਹੁਣ ਦੇਖਦੇ ਆ ਉੱਥੇ ਜਾ ਕੇ ਨਵੇਂ ਕਿਹੜੇ ਕਿਹੜੇ ਗੁੱਲ ਖਿਲਦੇ ਆ। ਹਾਂਜੀ, ਇਹ ਜਿੱਦਾਂ ਜਿਵੇਂ ਜਿਵੇਂ ਐਂਟਰੀ ਹੋਈ ਹੈ ਇਹਨਾਂ ਦੀ, ਤਾਂ ਵਿਰੋਧੀਆਂ ਦੇ ਜਿਹੜੇ ਰਿਐਕਸ਼ਨ ਆ ਉਹ ਤਾਂ ਆਉਣੇ ਸ਼ੁਰੂ ਹੋ ਹੀ ਗਏ ਆ, ਨਾਲ ਨਾਲ ਆਉਣੇ ਸ਼ੁਰੂ ਹੋ ਗਏ ਸੀਗੇ। ਭਾਜਪਾ ਦਾ ਤਾਂ ਕਹਿਣਾ ਹੀ ਹੈ ਕਿ ਕਾਂਗਰਸ ਦੇ ਵਿੱਚ ਤਾਂ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ। ਭਗਵੰਤ ਮਾਨ ਦਾ ਵੀ ਹੈ ਕਿ ਖਹਿਰਾ ਦਾ ਪਾਰਟੀ ਛੱਡ ਜਾਣਾ ਜਾਂ ਉੱਧਰ ਜਾ ਕੇ ਰਲ ਜਾਣਾ ਕੋਈ ਵੱਡੀ ਖਬਰ ਨਹੀਂ ਹੈਗੀ। ਤੋ ਜਿੱਦਾਂ ਚੱਲਦਾ ਹੈ ਤਾਂ ਚੱਲੀ ਜਾਂਦਾ। ਦਲ ਬਦਲੂਆਂ ਦਾ ਹਾਲੇ ਤਾਂ ਦੌਰ ਸ਼ੁਰੂ ਹੋਇਆ, ਜਿਵੇਂ ਜਿਵੇਂ 2022 ਨੇੜੇ ਆਉਣਾ ਹੈ। ਉਹ ਇੱਕ ਐਂ ਕਹਿ ਲਓ ਕਿ ਪੰਡਾਂ ਇੱਧਰੋਂ ਉੱਧਰੋਂ ਹੋਣਗੀਆਂ, ਕੋਈ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਰਾਜਨੀਤਿਕ ਬੰਦਾ ਰਾਤੋਂ ਰਾਤ ਰਾਜਨੀਤੀ ਕਰਕੇ ਆਪਣਾ ਦਲ ਬਦਲ ਲੇ। ਤੋ ਪ੍ਰੋਫੈਸਰ ਸਾਹਿਬ ਅਗਲੀ ਗੱਲ ਕਰਦੇ ਆ ਕਿ ਜਿਹੜਾ ਅੱਜ ਖਬਰ ਛਪੀ ਹੈਗੀ ਹੈ ਕਿ ਜਿਹੜਾ ਮਨਰੇਗਾ ਦੇ ਅਧੀਨ ਜਿਹੜੇ ਕੰਮ ਕਰਦੇ ਨੇ, ਉਹਨਾਂ ਦਾ ਵੀ ਜਾਤ ਦੇ ਆਧਾਰ ਤੇ ਵਰਗੀਕਰਨ ਕਰਕੇ ਉਹਨਾਂ ਨੂੰ ਮਿਹਨਤਾਨਾ ਦੇਣਾ ਜਾਂ ਉਹਨਾਂ ਦੇ ਵਾਸਤੇ ਅਲੱਗ ਫੰਡ ਜਿਹੜਾ ਹੈਗਾ ਅਲਾਟ ਕਰਨਾ, ਉਹ ਕਹਿਤਾ ਕਿ SC ST ਜਾਂ OBC ਵਰਗ ਉਹਦੇ ਵਿੱਚ ਲਿਖਿਆ ਜਾਵੇ, ਜਾਤੀ ਤੌਰ ਤੇ ਲਿਖਿਆ ਜਾਵੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਇਹ ਮਕਸਦ ਕੀ ਹੈ? ਦੇਖੋ, ਸੋਸ਼ਲ ਵੈਲਫੇਅਰ, ਸਮਾਜ ਕਲਿਆਣ ਦੀ ਇੱਕ ਇਹੋ ਜਿਹੀ ਸਕੀਮ ਸੀ ਜਿਹਦੇ 'ਚ ਜਾਤ ਦਾ ਕੋਈ ਬੋਲਬਾਲਾ ਨਹੀਂ ਸੀ। ਉਹਦਾ ਕਾਰਨ ਇਹ ਸੀ ਕਿ 300 400 350 350 ਇਹੋ ਜਿਹੇ ਇੰਨੇ ਘੱਟ ਦਿਹਾੜੀ ਤੇ ਕਿਹੜਾ ਕੰਮ ਕਰੂਗਾ? ਕੋਈ ਖਾਂਦਾ ਪੀਂਦੇ ਘਰ ਦਾ ਬੰਦਾ ਤੇ ਨਹੀਂ ਕਰੂਗਾ। ਜਾਤ ਕਿਸੇ ਦੀ ਕੋਈ ਵੀ ਹੋਵੇ, ਜਿਹੜਾ ਬਿਲਕੁਲ ਆਰਥਿਕ ਤੌਰ ਤੇ ਟੁੱਟਿਆ ਹੋਊਗਾ, ਉਹ ਜਾ ਕੇ ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਪਾਉਣੀ, ਹੋਰ ਕੰਮ ਕਰਨਾ, ਹੱਥਲੀ ਮਿਹਨਤ ਕਰਨੀ, ਤੇ ਢਿੱਡ ਤੇ ਸਾਰਿਆਂ ਨੂੰ ਲੱਗਾ। ਇਹ ਤੇ ਨਹੀਂ ਵੀ ਜਿਹੜੇ ਸਵਰਨ ਜਾਤੀਆਂ ਦੇ ਆ ਉਹਨਾਂ ਨੂੰ ਭੁੱਖ ਘੱਟ ਲੱਗਦੀ ਹੈ, ਜਾਂ ਜਿਹੜੇ ਦੂਸਰੇ ਆ ਉਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਲੱਗਦੀ ਹੈ। ਇਸ ਤਰ੍ਹਾਂ ਦਾ ਤਾਂ ਕੋਈ ਕਿਤੇ ਕਿਸੇ ਕਿਸਮ ਦਾ ਨਹੀਂ ਹੈਗਾ। ਇਸ ਲਈ ਇਹ ਚੰਗੀ ਗੱਲ ਸੀਗੀ ਕਿ ਉਹਨਾਂ ਨੇ ਇਹ ਸੋਚ ਕੇ ਇਹਨੂੰ ਜਾਤੀਗਤ ਰੰਗਤ ਨਹੀਂ ਸੀ ਦਿੱਤੀ। ਜਦੋਂ ਇਹ ਸਕੀਮ ਬਣੀ, ਉਹ 10 ਸਾਲ ਹੋ ਗਏ ਸਕੀਮ ਨੂੰ, ਜਦੋਂ ਇਹ ਜ਼ਿਆਦਾ ਚੱਲੀ, ਸਾਡੇ ਸਾਹਮਣੇ ਚੱਲਦੀ, ਤੇ ਇਸ ਦੀ ਰਾਹਤ ਵਾਲਾ ਜਿਹੜਾ ਆਸਪੈਕਟ ਉਹ ਕਾਫੀ ਜ਼ਿਆਦਾ ਹੈਗਾ। ਪਰ ਕਿਉਂਕਿ ਕੋਈ ਵੀ ਜਿਹੜੀ ਸਮਾਜਿਕ ਕਲਿਆਣ ਦੀ ਸਕੀਮ ਹੈਗੀ, ਉਹ ਮੋਦੀ ਸਰਕਾਰ ਨੂੰ ਬਿਲਕੁਲ ਹੀ ਐਵੇਂ ਲੱਗਦਾ ਕਿ ਸਾਡੇ ਉੱਤੇ ਬੋਝ ਹੈਗਾ। ਉਸ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪਹਿਲਾਂ ਘਟਾਉਂਦੇ ਆ, ਫਿਰ ਉਸ ਨੂੰ ਹੌਲੀ ਹੌਲੀ ਛੋਟਾ ਕਰਕੇ ਤੇ ਉਹਨੂੰ ਖਤਮ ਕਰਨਗੇ, ਇੱਧਰ ਨੂੰ ਚੱਲਣਗੇ। ਜਦੋਂ ਤੁਸੀਂ ਆਲਰੇਡੀ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦਾ ਉਹਨੂੰ ਬਦਲ ਕੇ ਹੋਰਡਿੰਗ, ਜ਼ਖੀਰੇਬਾਜ਼ੀ ਦਾ ਖੁੱਲੇ ਤੌਰ ਦੇ ਉੱਤੇ ਬੜੇ ਬੜੇ ਕਾਰਪੋਰੇਟਾਂ ਨੂੰ ਉਹਨੂੰ ਇਜਾਜ਼ਤ ਦੇਣ ਦੀ ਵਕਾਲਤ ਕਰ ਰਹੇ ਆ, ਤੇ ਕੁਦਰਤੀ ਹੈ ਫਿਰ ਇਹੋ ਜਿਹੀਆਂ ਜਿਹੜੀਆਂ ਸਕੀਮਾਂ ਵੀ ਆ ਉਹ ਵੀ ਉਹਦੇ ਨਾਲ ਹੀ, ਇਹ ਵੀ ਸਮਾਜਿਕ ਕਲਿਆਣ ਦੀ, ਜਿਹਨੂੰ ਸੋਸ਼ਲ ਵੈਲਫੇਅਰ ਦੀ ਕਹਿੰਦੇ ਆ, ਇਹਦੇ ਤੇ ਹਮਲਾ ਹੀ ਮੈਂ ਤੇ ਸਮਝਦਾ। ਦੂਸਰਾ, ਕੋਈ ਵੀ ਦੇਸ਼ ਦੇ ਅੰਦਰ ਇਹੋ ਜਿਹੀ ਕਾਰਵਾਈ ਭਾਵੇਂ ਆਰਥਿਕ ਆ, ਸਮਾਜਿਕ ਹੈਗੀ ਆ, ਜਾਂ ਕਾਨੂੰਨਨ ਹੋਵੇ, ਕਿਸੇ ਵੀ ਚੀਜ਼ ਦੀ, ਭਾਵੇਂ ਉਹ ਕਲਿਆਣ ਦੀ, ਲੋਕ ਕਲਿਆਣ ਦੀ ਗੱਲ ਹੋਵੇ, ਕਿਸੇ ਵੀ ਚੀਜ਼ ਦੇ ਉੱਤੇ ਰਾਜਨੀਤਿਕ ਪਾਰਟੀ ਆਪਣੇ ਤਰੀਕੇ ਨਾਲ ਉਹਦੇ ਕੋਲ ਰਾਜਨੀਤਿਕ ਲਾਹਾ ਲੈਣ ਦਾ ਇੱਕ ਪਹਿਲਾਂ ਹੀ ਸਕੀਮ ਬਣਾ ਲੈਂਦੀ, ਤੇ ਫਿਰ ਇਹ ਲੋਕਾਂ ਦਾ ਵੈਲਫੇਅਰ ਥੋੜੀ ਕਰਨਾ ਤੇ ਆਪਣਾ ਹੀ ਹੈ ਨਾ, ਪਾਰਟੀ ਦਾ ਕਰਨਾ, ਪਾਰਟੀ ਦੀ ਸੱਤਾ ਨੂੰ ਮਜ਼ਬੂਤ ਕਰਨਾ। ਇੱਕ ਇਹਦੇ 'ਚ ਇਹ ਵੀ ਮਨਸ਼ਾ ਮੈਨੂੰ ਲੱਗ ਰਹੀ ਹੈ ਕਿ ਦਲਿਤਾਂ ਦਾ ਤੇ ਹੋਰ ਪਤਾ ਲੱਗ ਜੇ ਕਿ ਕਿਹੜੇ ਕਿਹੜੇ ਬੰਦੇ ਕਿੰਨਾ ਕਿੰਨਾ ਫਾਇਦਾ ਲੈਂਦੇ ਆ, ਤੇ ਉਸੇ ਤਰੀਕੇ ਨਾਲ ਬੀਨ ਵਜਾ ਕੇ ਇਲੈਕਸ਼ਨਾਂ ਦੇ ਅੰਦਰ ਉਸ ਜਾਤੀਗਤ ਜਿਹੜੀ ਪੱਤੇ ਸੁੱਟ ਕੇ ਉਹਦਾ ਫਾਇਦਾ ਤੇ ਉਹਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦੀ ਇੱਕ ਸਕੀਮ ਲੱਗਦੀ। ਪਰਮਿੰਦਰ ਜੀ, ਇਹ ਬੜੇ ਅਫਸੋਸ ਦੀ ਗੱਲ ਆ ਕਿ ਤੁਸੀਂ ਇੱਕੋ ਇੱਕ ਜਿਹੜੀ ਸਕੀਮ ਸੀ ਜਿਹੜੀ ਜਾਤਾਂ ਤੋਂ ਹਟ ਕੇ ਸੀ, ਜਿਹੜੀ ਸਮਾਜ ਨੂੰ ਜੋੜਦੀ ਸੀ, ਜਿਹੜੀ ਮਿਹਨਤ ਕਸ਼ਾਂ ਨੂੰ ਜੋੜਦੀ ਸੀ, ਜਿੱਥੇ ਹੁਣ ਤੁਸੀਂ ਇੱਕ ਦੂਜੇ ਦੇ ਵਿੱਚ ਉੱਥੇ ਵੀ ਜਿਹੜੇ ਕੰਮ ਕਰਦੇ ਹੋਣਗੇ ਉਹਨਾਂ ਦੀਆਂ ਵੀ ਐਂਟਰੀਆਂ ਇੰਜ ਮਾਰੋਗੇ ਵੀ ਆਹ ਦੂਜਾ ਹੈ, ਦੂਜਾ। ਇਹ ਵੈਸੇ ਹੀ ਸਾਡੀ ਕਾਨੂੰਨ ਦੀ ਜਿਹੜੀ ਸੰਵਿਧਾਨ ਦੀ ਧਾਰਾ ਹੈ, ਜਿੱਥੇ ਤੁਸੀਂ ਜਾਤਾਂ ਪਾਤਾਂ ਨੂੰ ਖਤਮ ਕਰਨ ਦੀ ਗੱਲ ਹੈ, ਇਸੇ ਕਰਕੇ ਪ੍ਰੋਟੈਕਸ਼ਨ ਦਿੱਤੀ ਹੈ, ਉਹਨੂੰ ਖਤਮ ਕਰਨ ਦੀ
ਜਗ੍ਹਾ ਤੁਸੀਂ ਦੁਬਾਰਾ ਉਭਾਰ ਕੇ, ਜਿੱਥੇ ਲੋੜ ਕੋਈ ਨਹੀਂ ਹੈ, ਜੇ ਲੋੜ ਹੋਵੇ ਤਾਂ ਗੱਲ ਅਲੱਗ ਆ, ਜਿੱਥੇ ਤੁਸੀਂ ਸਪੈਸ਼ਲ ਪ੍ਰੋਟੈਕਸ਼ਨ ਰਿਜ਼ਰਵੇਸ਼ਨ ਦੇਣੀ ਆ ਉੱਥੇ ਤੁਹਾਨੂੰ ਜਾਤੀ ਦਾ ਸਰਟੀਫਿਕੇਟ ਦੇਣਾ ਪੈਂਦਾ, ਨਹੀਂ ਤੇ ਕਿਵੇਂ ਪਤਾ ਲੱਗੂਗਾ? ਹਰ ਕੋਈ ਕਹੂਗਾ ਮੈਨੂੰ ਰਿਜ਼ਰਵੇਸ਼ਨ ਦੇ ਦਿਓ, ਉੱਥੇ ਸਮਝ ਪੈਂਦੀ ਹੈ। ਪਰ ਇੱਥੇ ਤੇ ਕੰਮ ਦੇਣਾ ਤੁਸੀਂ, ਔਰ ਕੰਮ ਸਾਰਿਆਂ ਨੂੰ ਉਹਨਾਂ ਨੂੰ ਦੇਣਾ ਜਿਨ੍ਹਾਂ ਦੇ ਕੋਲ ਕੋਈ ਕੰਮ ਹੈ ਨਹੀਂ, ਜਿਹੜੇ ਟੁੱਟੇ ਹੋਏ ਆ ਬਿਲਕੁਲ ਥੱਲੇ। ਉਹਦੇ 'ਚ ਕੋਈ ਬ੍ਰਾਹਮਣ ਆ, ਕੋਈ ਜੱਟ ਆ, ਕੋਈ ਬਾਣੀਆ ਆ, ਕੋਈ ਕਿਸੇ ਵੀ OBC ਆ, SC ਆ, ST ਆ, ਕੋਈ ਵੀ ਹੋਵੇ, ਤੁਹਾਨੂੰ ਕੀ ਲੈਣਾ? ਤੁਸੀਂ ਕੰਮ ਦੇਣਾ, ਲੋਕਾਂ ਨੇ ਕੰਮ ਕਰਨਾ। ਇਸ ਲਈ ਇਹਦੇ 'ਚ ਜਿਹੜਾ ਜਾਤੀਗਤ ਦੁਬਾਰਾ ਅਲੱਗ-ਅਲੱਗ ਜਿਹੜੀਆਂ ਕਾਲਮ ਬਣਾ ਕੇ ਰਜਿਸਟਰ 'ਚ ਐਂਟਰੀਆਂ ਮਾਰਨ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਬਾਰ-ਬਾਰ ਯਾਦ ਕਰਾਉਣਾ ਕਿ ਕੌਣ ਕਿਹੜੀ ਜਾਤ ਨੂੰ ਹੈਗਾ। ਇਹ ਇੱਕ ਪ੍ਰੋਗਰਾਮ ਇਹੋ ਜਿਹਾ ਸੀ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਛੋਟੇ ਬੱਚੇ ਜਦੋਂ ਅਸੀਂ ਪੜ੍ਹਦੇ ਸੀ, ਕਿਸੇ ਨੂੰ ਕੋਈ ਪਤਾ ਨਹੀਂ ਸੀ ਕੌਣ ਕਿਹੜੀ ਜਾਤ ਦਾ ਹੈ, ਕੌਣ ਕਿਹੜੀ ਜਾਤ ਦਾ। ਸਾਰੇ ਗਵਰਨਮੈਂਟ ਸਕੂਲਾਂ, ਕਿਉਂਕਿ ਰਿਜ਼ਰਵੇਸ਼ਨ ਨਹੀਂ ਗਵਰਨਮੈਂਟ ਸਕੂਲਾਂ 'ਚ ਹੁੰਦੀ, ਉੱਥੇ ਇੱਕ ਪਿਆਰ, ਇੱਕ ਨਫ਼ਰਤ ਘਟਦੀ ਆ, ਸਤਿਕਾਰ ਵੱਧਦਾ, ਲੋਕ ਇੱਕੋ ਜਿਹੇ, ਕੋਈ ਨਹੀਂ ਪੁੱਛਦਾ। ਘੱਟੋ ਘੱਟ ਸਾਨੂੰ ਤੇ ਕੋਈ ਨਹੀਂ ਸੀ ਪਤਾ। ਇਹ ਜਿਹੜਾ ਵੀ ਉਸੇ ਤਰੀਕੇ ਦਾ ਪ੍ਰੋਗਰਾਮ ਸੀ। ਹੁਣ ਤੁਸੀਂ ਅਲੱਗ-ਅਲੱਗ ਕਾਲਮ ਪਾ ਕੇ, ਇਹਦਾ ਮਤਲਬ ਨੰਬਰ 1 ਤੇ ਤੁਸੀਂ ਜਿਹੜੇ ਸਵਰਨ ਹੋਣਗੇ ਸ਼ਾਇਦ ਉਹਨਾਂ ਨੂੰ ਕੱਢਣਾ ਚਾਹੋਗੇ, ਇਹਨੂੰ ਸਕਵੀਜ਼ ਕਰਨਾ ਚਾਹੋਗੇ, ਕਿਉਂਕਿ ਜੀ ਅਸੀਂ ਅਤੀ ਪਸੜਿਆਂ ਨੂੰ ਤੇ ਜਿਹੜੇ ਉਹਨਾਂ ਨੂੰ ਤੇ ਪਹਿਲਾਂ ਦੇ ਸਕਦੇ ਹਾਂ, ਦੂਜਿਆਂ ਕੋਲ ਸਾਡਾ ਪੈਸਾ ਨਹੀਂ। ਜਾਂ ਉਹਨਾਂ ਨੂੰ ਇੰਜ ਕਰੋਗੇ ਕਿ ਪਹਿਲਾਂ ਜਿਹੜਾ ਇਹਨਾਂ ਨੂੰ ਦਿੱਤਾ ਜਾਊਗਾ, ਬਾਕੀ ਬਚਦਾ ਪੁੱਛਦਾ ਦੂਜਿਆਂ ਨੂੰ ਦਿੱਤਾ ਜਾਊਗਾ, ਜਾਂ ਇਹਦੇ ਉਲਟ ਵੀ ਹੋ ਸਕਦਾ। ਪਰ ਇਹ ਐਂਟਰੀ ਮਾਰਨਾ ਸਮਾਜ ਲਈ ਘਾਤਕ ਹੈਗਾ, ਔਰ ਇਹ ਸਾਡੇ ਸੰਵਿਧਾਨ ਦੇ ਵੀ ਬਿਲਕੁਲ ਉਲਟ ਹੈ। ਇਹ ਤੇ ਤੁਰੰਤ ਮਨਰੇਗਾ ਵਰਕਰ ਯੂਨੀਅਨ ਹੈ ਜਿਹੜੀਆਂ, ਉਹਨਾਂ ਨੂੰ ਇਹਦਾ ਸੰਗਿਆਨ ਲੈ ਕੇ, ਇਹਦਾ ਨੋਟਿਸ ਲੈ ਕੇ ਇਹਦੇ ਵਿਰੁੱਧ ਬਗਾਵਤ ਕਰਨੀ ਚਾਹੀਦੀ ਹੈ। ਇਹ ਅਜੇ ਸ਼ੁਰੂਆਤੀ ਦੌਰ ਦੇ ਵਿੱਚ ਹੈਗਾ, ਅਜੇ ਛਪੀ ਆ ਖਬਰ, ਅਜੇ ਇਸ ਸਾਲ 'ਚ ਉਹਨਾਂ ਨੇ ਅੰਕੜੇ ਇਕੱਠੇ ਕਰਨੇ ਆ। ਆਉਂਦੇ ਸਾਲ ਦੇ ਬਜਟ ਦੇ ਵਿੱਚ ਉਹਨਾਂ ਨੇ ਬਜਟ ਨੂੰ ਦੁਬਾਰਾ ਉਸ ਤਰੀਕੇ ਨਾਲ ਆਰਗੇਨਾਈਜ਼ ਕਰਨਾ ਜਿਵੇਂ ਜਿਵੇਂ ਜਾਤੀਗਤ ਡਾਟਾ ਆਊਗਾ। ਮੈਂ ਤੁਹਾਨੂੰ ਇੱਥੇ ਨਿੱਕੀ ਗੱਲ ਜੋੜ ਦਿਆਂ ਕਿ ਪਿਛਲੀ ਵਾਰੀ ਜਦੋਂ ਸੈਂਸਸ ਹੋਇਆ ਸੀ, ਇੱਕ ਸੈਂਸਸ ਰੈਗੂਲਰ ਹੋਇਆ ਸੀ, ਇੱਕ ਸੈਂਸਸ ਸੋਸ਼ੀਓ ਇਕਨੋਮਿਕ ਜਾਤੀਗਤ ਅਤੇ ਉਹਨਾਂ ਦੀ ਆਰਥਿਕ ਹਾਲਤ ਦਾ ਅਲੱਗ ਸੈਂਸਸ ਹੋਇਆ ਸੀ। ਉਹ ਇੰਨਾ ਦੇਸ਼ ਦਾ ਖਰਚਾ ਕਰਨ ਤੋਂ ਬਾਅਦ ਉਹ ਦੇਸ਼ ਨੂੰ ਅੰਕੜੇ ਅਜੇ ਤੱਕ ਰਿਲੀਜ਼ ਨਹੀਂ ਕੀਤੇ ਗਏ। ਹੁਣ ਉਸ ਨੂੰ ਪੂਰੇ 10 ਸਾਲ ਹੋ ਚੁੱਕੇ ਆ, ਔਰ ਉਹ ਅੰਕੜੇ ਸਰਕਾਰ ਕੋਲ ਮੌਜੂਦ ਆ। ਸਰਕਾਰ ਉਹਨਾਂ ਅੰਕੜਿਆਂ ਦਾ ਜਿਹੜਾ ਜਾਤੀਗਤ ਸਰਵੇ ਕਰਵਾਇਆ, ਇਹ ਤਕਰੀਬਨ 80 ਸਾਲ ਬਾਅਦ ਹੋਇਆ ਸੀ, 1931 ਚ ਪਿਛਲੀ ਵਾਰੀ ਹੋਇਆ ਸੀਗਾ। ਤੇ ਇਹ ਜਿਹੜੇ ਅੰਕੜੇ ਸੀ ਵਿਕਾਸ ਲਈ ਬਹੁਤ ਇੰਪੋਰਟੈਂਟ ਅੰਕੜੇ ਸੀ। ਜਦੋਂ ਇਹਦਾ ਕੀਤਾ ਗਿਆ ਸੀ ਸਰਵੇ, ਇਹੋ ਕਿਹਾ ਗਿਆ ਸੀ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਜਾਤਾਂ ਦਾ ਜਾਂ ਕਿਸੇ ਦਾ ਵੀ ਅਜੇ ਵੀ ਆਰਥਿਕ ਵਿਕਾਸ ਤੇ ਪਛੜੇਪਣ ਨਾਲ ਕੋਈ ਰਿਲੇਸ਼ਨ ਹੈਗਾ। ਉਹ ਅੰਕੜੇ ਕਿਉਂ ਦੱਬ ਕੇ ਬੈਠੇ ਆ? ਇਹ ਪਾਰਟੀਆਂ ਵਾਲੇ ਪੋਲਿਟਿਕਸ, ਖਾਸ ਕਰ ਜਿਹੜੀ BJP ਹੋਣੇ ਆ, ਉਸ ਨੂੰ ਧੜੱਲੇ ਨਾਲ ਉਹਨਾਂ ਨੂੰ ਜਿਹੜੀਆਂ ਐਨਕਲੇਵਸ ਆ ਜਾਤੀਗਤ, ਉਹਨਾਂ ਕੋਲ ਸਾਰਾ ਅੰਕੜਾ ਉਹਨੂੰ ਵਰਤ ਰਹੀ ਹੋਊਗੀ। ਸਾਨੂੰ ਕੀ ਪਤਾ, ਸਾਨੂੰ ਥੋੜਾ, ਸਰਕਾਰ ਕੋਲ ਅੰਕੜੇ ਹੈਗੇ ਆ। ਪਰ ਜਿਸ ਪਰਪਸ ਲਈ ਉਹ ਅੰਕੜੇ ਲਏ ਸੀਗੇ, ਉਹ ਕਦੀ ਵੀ ਪਰਪਸ ਪੂਰਾ ਨਹੀਂ ਹੋਇਆ ਕਿ ਅਸੀਂ ਇਹਨਾਂ ਨੂੰ ਰਾਹਤ ਦੇਣੀ ਆ, ਇਸ ਲਈ ਅੰਕੜੇ ਇਕੱਠੇ ਕਰ ਰਹੇ ਆ। ਇਹੋ ਹੀ ਗੱਲ ਮਨਰੇਗਾ ਨਾਲ ਹੋਊਗੀ। ਹਾਂਜੀ। ਇੱਕ ਨਵੀਂ ਜਿਹੜੀ ਹੁਣ ਇੱਕ ਹੋਰ ਖਬਰ ਆਈ ਹੈ, ਸੁਪਰੀਮ ਕੋਰਟ ਤੋਂ ਆਈ ਹੈ, ਜਿਹੜੀ ਆਪਾਂ ਉਹ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਸੁਪਰੀਮ ਕੋਰਟ ਨੇ ਜਿਹੜਾ ਕੋਵਿਡ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਉਹਦਾ ਸਾਰਾ ਮੰਗ ਲਿਆ 15 ਦਿਨ ਦੇ ਅੰਦਰ ਅੰਦਰ। ਕੀ ਹੁਣ ਇਹ ਹਿਸਾਬ ਕਿਤਾਬ ਪੇਸ਼ ਕਰ ਸਕਣਗੇ, ਜਾਂ ਜਿਹੜੀਆਂ ਚੋਰ ਮੋਰੀਆਂ ਰਾਹੀਂ ਮੈਡੀਸਨ ਦਾ ਜਾਂ ਆਕਸੀਜਨ ਦਾ ਇਹ ਜਿਹੜਾ ਧੰਦਾ ਹੋਇਆ, ਇਹਨੂੰ ਕਿਤੇ ਲੁਕੋ ਪਾਉਣਗੇ ਜਾਂ ਸਪਸ਼ਟ ਹੋਏਗਾ ਜੀ? ਇਹ ਦੇਖੋ, ਇਸ ਨੂੰ ਜਿੰਨੀਆਂ ਵੀ ਜੋ ਅਜੇ ਤੱਕ ਜਿਹਨੂੰ ਕਹਿੰਦੇ ਆ ਕਿ ਮਿਸ ਹੈਂਡਲਿੰਗ ਸਾਡੀ ਕੋਵਿਡ ਦੇ ਫੇਜ਼ 2 ਦੀ ਹੋਈ ਹੈ, ਇਹ ਤੇ ਸਾਰੀ ਦੁਨੀਆ ਨੇ ਵੀ ਦੇਖੀ ਆ, ਅਸੀਂ ਤੇ ਆਪਣੇ ਹੱਡਾਂ ਰਾਹੀਂ ਹੰਡਾਈ ਆ। ਅਜੇ ਤੱਕ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰ ਰਹੇ ਆ। ਮੈਨੂੰ ਲੱਗਦਾ ਕੋਈ ਵੀ ਦੇਸ਼ ਦਾ, ਟੁੱਟੇ ਤੋਂ ਟੁੱਟੇ ਵੀ ਦੇਸ਼ ਦਾ, ਡੈਮੋਕ੍ਰੈਟਿਕ ਕੰਟਰੀਜ਼ ਦਾ ਜੇ ਕੋਈ ਪ੍ਰਧਾਨ ਹੁੰਦਾ, ਉਹ ਰਿਜ਼ਾਈਨ ਦੇ ਗਿਆ ਹੁੰਦਾ। ਕਿਸੇ ਕੰਟਰੀ 'ਚ ਮੈਨੂੰ ਯਾਦ ਨਹੀਂ ਹੈ, 6 ਵਿਅਕਤੀਆਂ ਦੀ ਡੈਥ ਹੋ ਗਈ ਸੀਗੀ ਉੱਥੇ, ਮੈਨੂੰ ਯੂਰਪੀਅਨ ਕੰਟਰੀ ਮੋਸਟ ਪ੍ਰੋਬੇਬਲੀ, ਤਾਂ ਉੱਥੋਂ ਦੇ ਜਿਹੜਾ ਹੈਲਥ ਮਿਨਿਸਟਰ ਸੀਗਾ ਉਸਨੇ ਰਿਜ਼ਾਈਨ ਦੇ ਦਿੱਤਾ ਕਿ ਇਹ ਜਿਹੜੀ ਡੈਥ ਆ ਮੇਰੀ ਕਿਸੇ ਚੀਜ਼ ਦੀ ਸਪਲਾਈ ਦੀ ਕਮੀ ਕਰਕੇ ਹੋਈ ਹੈ। ਸਾਡੇ ਇੱਥੇ ਸੈਂਕੜਿਆਂ ਦੀ ਗਿਣਤੀ 'ਚ ਆਕਸੀਜਨ ਦੀ ਸਪਲਾਈ ਦੀ ਘਾਟ ਕਰਕੇ ਲੋਕਾਂ ਦੀ ਡੈਥ ਹੋ ਗਈ, ਹਸਪਤਾਲਾਂ 'ਚ ਹਾਹਾਕਾਰ ਮਚ ਗਈ। ਇੰਡਸਟਰੀਅਲ ਆਕਸੀਜਨ ਜਿਹੜੀ ਹੈ ਉਹ ਡਾਈਵਰਟ ਕੀਤੀ ਗਈ ਮੈਡੀਕਲ ਆਕਸੀਜਨ ਦੇ ਨਾਲ। ਕਿੰਨੇ ਜਗ੍ਹਾ ਦੇ ਵਿੱਚ, ਸਾਊਥ ਵਿੱਚ ਵੀ ਹੋਇਆ, ਦਿੱਲੀ ਦੇ ਅੰਦਰ 50 ਤੋਂ ਵੱਧ ਜਿਹੜੇ ਲੋਕ ਉਹਨਾਂ ਦੀ ਡੈਥ ਹੋਈ। ਸਾਡਾ ਹੈਲਥ ਮਿਨਿਸਟਰ, ਸਾਡਾ ਪ੍ਰਧਾਨ ਮੰਤਰੀ, ਕੀ ਇਹ ਇਹਨਾਂ ਦੇ ਉੱਤੇ ਮਰਡਰ ਦਾ ਕੇਸ ਨਹੀਂ ਚੱਲਣਾ ਚਾਹੀਦਾ? ਇਹ ਮਰਡਰ ਹੈਗੇ ਆ,
ਤੁਸੀਂ ਜਿਹੜੇ ਸਾਡੇ ਬਿਲਕੁਲ ਘੱਟੋ ਘੱਟ ਇਹਨਾਂ ਦੋਹਾਂ ਬੰਦਿਆਂ ਦੇ ਪ੍ਰਧਾਨ ਮੰਤਰੀ ਸਾਰੀਆਂ ਮੀਟਿੰਗਾਂ ਨੂੰ ਆਪ ਕਮਾਂਡ ਕਰਦੇ ਆ, ਜਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਘੱਟੋ ਘੱਟ ਉਹਨਾਂ ਨੂੰ ਇਹ ਆਫਰ ਕਰਨਾ ਚਾਹੀਦਾ ਕਿ ਮੈਂ ਰਿਜ਼ਾਈਨ ਕਰਦਾ। ਨਹੀਂ ਤੇ ਮੈਨੂੰ ਲੱਗਦਾ ਸਾਡੇ ਲੋਕ ਵੀ ਇੰਨੇ ਇਨਸੈਂਸਿਟਿਵ ਹੋ ਗਏ ਆ, ਜਾਂ ਸਮਝ ਲਓ ਇੰਨੇ ਦੱਬੂ ਹੋ ਗਏ ਆ, ਉਹ ਕਿਉਂ ਨਹੀਂ ਇਸ ਗੱਲ ਦੀ ਮੰਗ ਕਰਦੇ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ। ਅਸੀਂ ਤੁਹਾਨੂੰ ਸਾਰਾ ਦੇਸ਼ ਕਮਾਈ ਕਰਕੇ ਤੁਹਾਡੇ ਬੈਂਕਾਂ ਭਰਦੇ ਹਾਂ, ਤੁਹਾਡੇ ਖਜ਼ਾਨੇ ਭਰਦੇ ਹਾਂ, ਤੁਹਾਨੂੰ ਇੰਨੇ ਸੁੱਖ ਸੁਵਿਧਾ ਦਿੰਦੇ ਹਾਂ। ਜਦੋਂ ਸਾਡੇ ਤੇ ਇੱਕ ਵੱਡੀ ਆਫਤ ਬਣੀ ਹੈ, ਸਾਰੇ ਦੇਸ਼ ਤੇ ਬਣੀ ਆ, ਉਦੋਂ ਤੁਸੀਂ ਹੱਥ ਖੜੇ ਕਰਕੇ ਬੈਠ ਗਏ। 3500 ਕਰੋੜ ਰੁਪਈਆ ਸਾਰਾ ਰੱਖਿਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂ, ਕਿੰਨੇ ਟੀਕੇ ਤੁਸੀਂ ਖਰੀਦੇ, ਕਿੰਨੇ ਲਾਏ। ਹੁਣ 18 ਤੋਂ ਜਿਹੜੇ ਉੱਪਰ ਵਾਲਿਆਂ ਨੂੰ ਟੀਕੇ ਲਾਉਣ ਦਾ ਕਹਿ ਦਿੱਤਾ ਕਿ ਲਾਓ, ਟੀਕੇ ਹੈ ਨਹੀਂ। ਟੀਕੇ 80 ਲੱਖ ਰੋਜ਼ ਦੇ ਚਾਹੀਦੇ ਆ, ਇਹ 19 ਲੱਖ ਤੱਕ ਤਕਰੀਬਨ ਟੀਕੇ ਰੋਜ਼ ਲਾਉਂਦੇ ਆ। ਟੀਕੇ ਖਰੀਦਣ ਬਾਰੇ ਹੀ ਅਜੀਬ ਕਰਤਾ, ਹੱਥ ਖੜੇ ਕਰਤੇ ਪ੍ਰਧਾਨ ਮੰਤਰੀ ਨੇ ਕਿ ਦੇਖੋ ਜੀ, ਜਦੋਂ ਤੇ ਕੋਈ ਪੈਸੇ ਇਕੱਠੇ ਕਰਨੇ ਆ ਇਹੋ ਜਿਹੇ, ਉਹ ਤੇ ਜੀ ਕੋਵਿਡ ਦਾ ਜਿਹੜਾ ਪ੍ਰਧਾਨ ਮੰਤਰੀ ਕੋਸ਼ ਵਿੱਚ ਪੈਸੇ ਜਾਣ, ਜਿਹੜਾ ਸਪੈਸ਼ਲ ਫੰਡ ਆ ਪ੍ਰਧਾਨ ਮੰਤਰੀ ਦਾ, ਸਿੱਧਾ ਰਾਹਤ ਫੰਡ ਵਿੱਚ ਜਾਣ। ਜਦੋਂ ਖਰਚਾ ਕਰਨਾ ਸੈਂਟਰ ਦੇ ਬਜਟ ਵਿੱਚ ਵੀ 35,000 ਕਰੋੜ ਰੁਪਈਆ, ਉਦੋਂ ਕਹਿਤਾ ਜੀ ਤੁਸੀਂ ਆਪਣੇ ਅੱਧੇ ਟੀਕੇ ਆਪ ਹੀ ਖਰੀਦੋ, ਗਲੋਬਲ ਟੈਂਡਰ ਜਿਹੜੇ ਕੱਢ ਲਓ। ਹਾਲਾਤ ਇਹ ਬਣ ਗਈ ਕਿ ਜਗ੍ਹਾ ਜਗ੍ਹਾ ਚੀਫ ਮਿਨਿਸਟਰ, ਭਾਵੇਂ ਉਹ ਮਮਤਾ ਬੈਨਰਜੀ ਹੈ, ਭਾਵੇਂ ਉਹ ਉੜੀਸਾ ਵਾਲੇ ਚੀਫ ਮਿਨਿਸਟਰ ਹੈਗੇ ਆ, ਭਾਵੇਂ ਉਹ ਕੇਰਲਾ ਵਾਲੇ, ਉਹਨਾਂ ਤੇ ਅਸੈਂਬਲੀ 'ਚ ਹੀ ਪਾਸ ਕਰਤਾ ਆਪਣੇ ਨੇ। ਤੇ ਇਹਨਾਂ ਸਾਰਿਆਂ ਨੇ 11 ਚੀਫ ਮਿਨਿਸਟਰ ਇਹੋ ਜਿਹੇ ਜਿਹੜੇ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਗੱਲ ਕਰਦੇ। ਸਾਡੇ ਹੱਥ ਖੜੇ ਆ, ਨਾ ਸਾਡੇ ਕੋਲ ਪੈਸਾ, ਨਾ ਇੰਟਰਨੈਸ਼ਨਲ ਸਾਡੀਆਂ ਕੋਈ ਵੀ ਕੰਪਨੀਆਂ ਸਾਡੇ ਤੇ ਭਰੋਸਾ ਕਰਦੀਆਂ। ਸੈਂਟਰ ਟੀਕੇ ਖਰੀਦੇ ਤੇ ਫ੍ਰੀ ਟੀਕੇ ਸਾਰਿਆਂ ਨੂੰ ਦੇਵੇ। ਇਹ ਹਿਸਾਬ ਕਿਤਾਬ ਜਿਹਾ ਲਾ ਲਿਆ ਗਿਆ ਆ ਕਿ 35,000 ਕਰੋੜ ਦੇ ਵਿੱਚ ਸਾਡੇ ਸਾਰੇ ਦੇਸ਼ ਦੀ ਪਾਪੂਲੇਸ਼ਨ ਨੂੰ ਜੇ ਹੋਲਸੇਲ 'ਚ ਸਰਕਾਰ ਟੀਕੇ ਖਰੀਦੇ, ਮੁਫਤ ਟੀਕਾਕਰਨ ਹੋ ਸਕਦਾ। ਇਹ ਤੇ ਸੁੱਤੇ ਹੀ ਰਹੇ ਆ। ਜਦੋਂ ਲੋਕ ਪਿਛਲੇ ਸਾਲ ਟੀਕਿਆਂ ਦੇ ਆਰਡਰ ਕਰ ਰਹੇ ਸੀਗੇ, ਲੋਕ ਮਤਲਬ ਵਿਦੇਸ਼ਾਂ ਦੇ ਵਿੱਚ, ਤੇ ਸਾਡੇ ਕੱਛਾਂ ਵਜਾ ਰਹੇ ਸੀ, ਤਾਲੀਆਂ ਵਜਾ ਰਹੇ ਸੀ, ਕਹਿ ਰਹੇ ਸੀ ਸਾਡੇ ਤੇ, ਅਸੀਂ ਤੇ ਤਕੜੇ ਬੜੇ ਹਾਂ, ਅਸੀਂ ਤਾਂ ਬਹੁਤ ਤਕੜਾ ਹੈਂਡਲ ਕੀਤਾ, ਦੁਨੀਆ ਨੂੰ ਤਾਂ ਪਤਾ ਹੀ ਨਹੀਂ, ਨਾ ਹੋਰ ਕਿਸੇ ਦੇਸ਼ ਨੂੰ ਪਤਾ, ਨਾ ਇੰਗਲੈਂਡ ਨੂੰ ਪਤਾ। ਬੋਰਿਸ ਜੌਨਸਨ ਆਪਣੇ ਆਪ ਨੂੰ ਕਰਾ ਕੇ ਬਹਿ ਗਿਆ, ਕਰੋਨਾ ਦਾ ਵਾਇਰਸ ਨਾਲ ਇਨਫੈਕਟ ਕਰਕੇ ਬਹਿ ਗਿਆ। ਅਸੀਂ, ਸਾਡਾ ਪ੍ਰਧਾਨ ਮੰਤਰੀ ਦੇਖੋ ਕਿੰਨਾ ਸਿਆਣਾ, ਉਹ ਖੁਦ ਜਾ ਕੇ ਇੰਨਾ ਰੌਲਾ ਪਾਉਣ, ਇੱਧਰ ਨੂੰ ਆਪਣੀ ਸਿਫਤਾਂ ਕਰਨ 'ਚ ਟਾਈਮ ਲੰਘਾ ਲਿਆ। ਜਦੋਂ ਸਿਰ ਤੇ ਠਾਹ ਸੋਟਾ ਵੱਜਾ, ਫਿਰ ਹੱਥ ਖੜੇ ਕਰਤੇ, ਪਰ ਲੁਕੇ ਨਿਕਲੇ ਹੀ ਨਹੀਂ ਕਿਤੇ। ਹੁਣ ਵੀ ਤਾਈਆਂ ਹੀ ਵੇਖ ਰਹੀ ਹੈ, ਕੋਰਟਾਂ ਵੇਖ ਰਹੀਆਂ, ਬਹੁਤ ਧਾਂਦਲੀ ਹੈ। ਪ੍ਰਾਈਵੇਟਾਂ ਨੂੰ, ਹਸਪਤਾਲਾਂ ਨੂੰ ਪੈਸੇ ਖੁੱਲੇ ਬਣਵਾਏ ਜਾ ਰਹੇ ਆ, ਬੈੱਡਾਂ ਦੇ ਵੀ, ਹੋਰਨਾਂ ਦੇ ਵੀ, ਆਕਸੀਜਨ ਦੇ ਵੀ। ਸਿਲੰਡਰ ਚੋਰੀ ਕਰਕੇ ਲੋਕ ਭੱਜੇ ਵਿਚਾਰੇ, ਕੀ ਕਰਨ, ਮਰਨ ਦਾ। ਇੱਕ ਵੀ ਮੌਤ ਜਿਹੜੀ ਹੈ ਨਜਾਇਜ਼ ਹੋਣੀ, ਮੇਰਾ ਖਿਆਲ ਸਰਕਾਰ ਲਈ ਉਹਨੂੰ ਸ਼ਰਮਸ਼ਾਰ ਕਰ ਦੇਣਾ ਚਾਹੀਦਾ। ਇੱਥੇ ਸੈਂਕੜਿਆਂ ਮੌਤਾਂ ਤੋਂ ਬਾਅਦ ਵੀ ਸਰਕਾਰ ਜਿਹੜੀ ਆ ਉਹ ਸ਼ਰਮਸ਼ਾਰ ਨਹੀਂ ਹੋਈ। ਇਹ ਟਾਈਮ ਹੈ ਕਿ ਲੋਕ ਘੱਟੋ ਘੱਟ ਪ੍ਰਧਾਨ ਮੰਤਰੀ ਤੇ ਹੈਲਥ ਮਿਨਿਸਟਰ ਤੋਂ ਇਹਨਾਂ ਨੂੰ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ, ਕਿ ਤਾਂ ਕਿ ਕੰਨ ਹੋਣ ਇਹਨਾਂ ਸਰਕਾਰਾਂ ਨੂੰ, ਪਤਾ ਤੇ ਲੱਗੇ ਕਿ ਤੁਸੀਂ ਕੁਝ ਕਰਨ ਲਈ ਬੈਠੇ ਆ, ਨਾ ਕਿ ਆਨੰਦ ਮਾਣਨ ਲਈ ਤੇ ਗੱਪਾਂ ਮਾਰਨ ਲਈ ਤੇ ਲੋਕਾਂ 'ਚ ਬਾਹਾਂ ਖਿਲਾਰ ਕੇ ਭਾਸ਼ਣ ਦੇਣ ਲਈ ਬੈਠੇ ਆ। ਇਹ ਭਾਸ਼ਣ ਦੇ ਨਾਲ ਨਹੀਂ ਹੈ। ਇਹੀ ਇੱਕ ਚੁਣੌਤੀ ਸੀ ਉਹਨਾਂ ਨੂੰ, ਇੱਕ ਇਮਤਿਹਾਨ ਸੀ ਜਿਹਦੇ 'ਚ ਬਹੁਤ ਬੁਰੀ ਤਰੀਕੇ ਨਾਲ ਫੇਲ ਹੋਏ ਆ। ਔਰ ਜੇ ਨਹੀਂ ਛੱਡਦੇ ਇਹਨਾਂ ਤੇ ਸਰਕਾਰਾਂ, ਦੇਖੋ ਕੋਰਟਾਂ ਦਾ ਪੂਰਾ ਮੂਡ ਹੈਗਾ, ਲੋਕ ਨਹੀਂ ਸਾਡੇ ਦਬਾਅ ਪਾ ਰਹੇ। ਲੋਕ ਦਬਾਅ ਪਾਉਣ ਤੇ ਇਹਨਾਂ ਦੇ ਉੱਤੇ ਇਹ ਜਿਹੜੇ ਮਰਡਰ ਦੇ ਕੇਸ ਚੱਲਣੇ ਚਾਹੀਦੇ ਆ ਪ੍ਰੋਗਰਾਮ ਦੇ, ਜਿਨ੍ਹਾਂ ਨੇ ਜਾਣ ਬੁੱਝ ਕੇ ਇੰਨੇ ਲੋਕਾਂ ਨੂੰ ਇੱਥੋਂ, ਇਸ ਦੁਨੀਆ ਤੋਂ ਚੱਲਦਾ ਕਰ ਦਿੱਤਾ, ਕਿਉਂਕਿ ਇਹਨਾਂ ਨੇ ਕੋਈ ਵੀ ਧਿਆਨ ਨਾਲ ਮੈਨੇਜਮੈਂਟ ਨਹੀਂ ਕੀਤੀ, ਜੋ ਕਿ ਪਹਿਲਾਂ ਕਰਨੀ ਚਾਹੀਦੀ, ਅੱਜ ਦੀ ਤਰੀਕ 'ਚ ਵੀ ਨਹੀਂ ਹੈਗੀ। ਜੇ ਤੀਸਰਾ ਕੋਈ ਗੇੜਾ ਆ ਗਿਆ, ਤੁਹਾਨੂੰ ਯਾਦ ਹੈ ਜਦੋਂ ਸ਼ੁਰੂ 'ਚ ਹੋਇਆ ਸੀ, ਕਦੀ ਰੇਲਵੇ ਦੀਆਂ ਬੋਗੀਆਂ ਨੂੰ ਇਹ ਸਪੈਸ਼ਲ ਬਣਾ ਰਹੇ ਸੀ, ਕਦੀ ਸਕੂਲਾਂ ਨੂੰ ਬਣਾ ਰਹੇ ਸੀ ਕਿ ਅਸੀਂ ਇੱਥੇ ਬੈੱਡ ਲਾ ਰਹੇ ਹਾਂ। ਕਿੰਨੇ ਤਮਾਸ਼ੇ ਕੀਤੇ, ਕਿੱਥੇ ਗਏ ਰੇਲਵੇ ਦੇ ਬੈੱਡ ਜਿਹੜੇ ਬਣਾਏ ਹੋਏ ਸੀ, ਕਿੱਥੇ? ਇੰਨੇ ਵੱਡੇ ਦੇਸ਼ ਨੂੰ ਤੁਸੀਂ ਸਾਹਮਣਾ ਔਖਾ ਹੋ ਗਿਆ ਤੇ ਸੂਬਿਆਂ ਤੇ ਪਾ ਕੇ ਛੱਡਤਾ, ਤੇ ਸੂਬਿਆਂ ਨੂੰ ਤੁਸੀਂ ਅੱਖਾਂ ਦਿਖਾਤੀਆਂ ਕਿ ਸਾਡੇ ਕੋਲ ਕੋਈ ਪੈਸਾ ਨਹੀਂ। ਇਹ ਗਲਤ ਗੱਲ ਆ। ਇਸੇ ਲਈ ਜਿਹੜੀ ਸੁਪਰੀਮ ਕੋਰਟ ਆ, ਉਹਨੇ ਝਾੜਾਂ ਪਾਈਆਂ, ਉਹ ਲਗਾਤਾਰ ਪਾ ਰਹੀ ਹੈ। ਉਹ ਜਿਹੜੀ ਗੱਲ ਮੈਂ ਕਹਿ ਰਿਹਾ ਟੇਢੇ ਢੰਗ ਨਾਲ ਸੁਪਰੀਮ ਕੋਰਟ ਵੀ ਕਹਿ ਰਹੀ ਹੈ, ਇਲਾਹਾਬਾਦ ਹਾਈ ਕੋਰਟ ਕਹਿ ਰਹੀ ਹੈ, ਦਿੱਲੀ ਹਾਈ ਕੋਰਟ ਕਹਿ ਰਹੀ ਹੈ, ਮਦਰਾਸ ਹਾਈ ਕੋਰਟ ਕਹਿ ਰਹੀ ਹੈ। ਕਿਹੜੀ ਕੋਰਟ ਹੈ ਜਿਹੜੀ ਨਹੀਂ ਕਹਿ ਰਹੀ? ਪਰ ਇਹ ਇੰਨੇ ਥਿਕ ਸਕਿੰਡ ਹੋ ਗਏ ਆ, ਇਹਨਾਂ ਨੇ ਗਵਰਨੈਂਸ ਛੱਡਤੀ। ਚੰਗੀ ਗੱਲ ਇਹ ਆ ਕਿ ਸੁਪਰੀਮ ਕੋਰਟ, ਚੰਦਰਚੂੜ ਵਗੈਰਾ ਚੰਗੇ ਜਸਟਿਸ ਲੱਗਦੇ ਆ, ਉਹਨਾਂ ਨੇ ਆਪਣਾ ਦਿਲ ਦਿਖਾਇਆ, ਹਿੰਮਤ ਦਿਖਾਈ ਆ, ਤੇ ਖੁਦ ਕਮਾਂਡ ਸੈਂਟਰਲ ਗਵਰਨਮੈਂਟ ਦੀ ਆਪਣੇ ਹੱਥ ਲੈ ਕੇ ਇਹਨਾਂ ਨੂੰ ਦੱਸਿਆ ਕਿ ਦੇਖੋ, ਜੇ ਤੁਸੀਂ ਇਹ ਨਾ ਕੀਤਾ
ਤੇ ਅਸੀਂ ਫਿਰ ਐਕਸ਼ਨ ਚਾਹਾਂਗੇ, ਅਸੀਂ ਤੁਹਾਡੀ ਜਵਾਬਦੇਹੀ ਤੈਅ ਕਰਾਂਗੇ। ਲੋਕਾਂ ਨੂੰ ਵੀ ਇਸ ਹਾਲਤ ਦੇ ਵਿੱਚ ਜ਼ਰੂਰ ਪ੍ਰੈਸ਼ਰ ਪਾਉਣਾ ਚਾਹੀਦਾ, ਕਿਉਂਕਿ ਇਹ ਇੱਕ ਮੌਕਾ ਹੈਗਾ ਜਦੋਂ ਕੋਰਟਾਂ ਆਪਣੇ ਤੇਵਰ ਦਿਖਾ ਰਹੀਆਂ ਸਰਕਾਰ ਦੀ ਇਹੋ ਜਿਹੀ ਜਿਹੜੀ ਨਾਕਾਮੀ ਦੇ ਵਿਰੁੱਧ, ਉਹਨਾਂ ਦੀ ਬੇਇੰਤਜ਼ਾਮੀ ਦੇ ਵਿਰੁੱਧ, ਤਾਂ ਲੋਕ ਜੇ ਹੋਰ ਦਬਾਅ ਪਾਉਣਗੇ ਤੇ ਆਉਣ ਵਾਲੇ ਸਮੇਂ 'ਚ ਘੱਟੋ ਘੱਟ ਹੈਲਥ ਸਿਸਟਮ ਦੇ ਵਿੱਚ ਕੁਝ ਸੁਧਾਰਤਾ ਹੋਵੇ, ਕੁਝ ਡਾਕਟਰ ਨਵੇਂ ਹੋਣ, ਕੁਝ ਇਨਫਰਾਸਟ੍ਰਕਚਰ ਚੰਗਾ ਹੋਵੇ। ਜਦ ਕਿ ਅਸੀਂ ਤੇ ਮੰਗ ਕਰਦੇ ਹਾਂ ਕਿ ਜਿੰਨਾ ਹੁਣ ਬਜਟ ਹੈ ਉਹਦੇ ਨਾਲੋਂ ਜੇ 3 ਗੁਣਾ ਬਜਟ ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਰਿਲੀਜ਼ ਨਹੀਂ ਕਰਦੀਆਂ ਹੈਲਥ ਸਿਸਟਮ ਲਈ, ਤੇ ਹੈਲਥ ਸਿਸਟਮ ਸਾਡਾ ਸੁਧਰ ਨਹੀਂ ਸਕਦਾ। ਇਸ ਗੱਲ ਦੀ ਅਸੀਂ ਸੁਪਰੀਮ ਕੋਰਟ ਨੂੰ ਵਧਾਈ ਦਿੰਦੇ ਹਾਂ ਪਰਮਿੰਦਰ ਜੀ, ਕਿ ਘੱਟੋ ਘੱਟ ਉਹਨਾਂ ਨੇ ਜੁਰਤ ਦਿਖਾਈ ਆ ਉਸ ਸਰਕਾਰ ਨੂੰ ਅੱਖਾਂ ਦਿਖਾਉਣ ਦੀ, ਜਿਹੜੀ ਆਪਣੇ ਆਪ ਨੂੰ ਸਾਰੀ ਸੱਤਾ ਇੱਕ ਆਦਮੀ ਦੇ ਹੱਥ ਦੇ ਕੇ ਸਮਝਦੇ ਆ ਕਿ ਉਹ ਹੀ ਇੱਕ ਸੁਪਰਮੈਨ ਹੈਗਾ ਜਿਹੜੇ ਸਾਰੇ ਮਸਲੇ ਹੱਲ ਕਰ ਲੂ। ਤੇ ਉਹਨੂੰ ਦੱਸਿਆ ਕਿ ਨਹੀਂ, ਤੂੰ ਇਸ ਬਹੁਤ ਹੀ ਸੰਕਟ ਦੇ ਹਾਲਤ ਵਿੱਚ ਦੇਸ਼ ਪ੍ਰਤੀ, ਦੇਸ਼ ਵਾਸੀਆਂ ਪ੍ਰਤੀ ਇੱਕ ਗੈਰ ਜ਼ਿੰਮੇਵਾਰੀ ਦਾ ਰੋਲ ਕੀਤਾ, ਉਹਦੀ ਤੁਹਾਨੂੰ ਕਿਉਂ ਨਹੀਂ ਜਵਾਬਦੇਹੀ ਤੈਅ ਕੀਤੀ ਜਾਵੇ। ਹਾਂਜੀ ਪਰਮਿੰਦਰ ਜੀ। ਤੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਫੈਸਰ ਸਾਹਿਬ, ਤੁਹਾਡਾ ਤੁਸੀਂ ਕੀਮਤੀ ਸਮਾਂ ਸਾਨੂੰ, ਸਾਡੇ ਦਰਸ਼ਕਾਂ ਨੂੰ ਦਿੱਤਾ, ਆਪਣੇ ਵਿਚਾਰ ਰੱਖੇ। ਧੰਨਵਾਦ ਹੈ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੋ ਤੁਸੀਂ ਵੀ ਆਪਣੇ ਵਿਚਾਰ ਜਿਹੜਾ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਨੂੰ। ਸਾਡੇ ਚੈਨਲ ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।